पौड़ी 35वीं पौड़ी करनी है कि सॉरी 34वीं 34 चौथी करनी है। 34 राती रति वार। अच्छा मैं समझा सी 35वीं है। राती रति तथी वार पवन पानी अग्नि पाताल तिस विच धरती थाप रखी धर्मसाल तिस विच जिया जगत के रंग तन के नाम अनेक अनंत कर्मी कर्मी हो विचार सच्चा आप सच्चा दरबार तिथे सोन पंच परवान नजरी नदरी करम पवे निशान कच पकाई उथे पा नानक गया जापे जा। ठीक है जी बिल्कुल। आज करो जी अपना जसपाल जी राती रती रुती थिति वार कि ये मेरा ਜਿਹੜਾ ਸਾਈਕਲ ਦਾ ਟਾਈਮ ਦਾ ਸਾਈਕਲ ਹੈਗਾ ਰਾਤ ਦਿਨ ਸੀਜ਼ਨ ਤੇ ਹਫਤਾ ਵਾਰ ਜਿਹੜਾ ਹੈਗਾ ਇਹ ਜਿਹੜਾ ਟਾਈਮ ਦਾ ਸਾਈਕਲ ਹੈਗਾ ਹੋਰ ਜਿਹੜੇ ਐਲੀਮੈਂਟ ਹੈਗੇ ਆ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੇ ਇਹਦੇ ਵਿੱਚ ਫਿਰ ਜਿਹੜਾ ਆਪਣੀ ਧਰਤੀ ਇਹ ਥਾਪੀ ਹੋਈ ਹੈ ਕਾਇਮ ਹੈ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤੇ ਇਸ ਵਿੱਚ ਹਰ ਤਰ੍ਹਾਂ ਦਾ ਜੀ ਜੰਤ ਜਿਹੜਾ ਹੈ ਹਰ ਰੰਗ ਦਾ ਉਹ ਵੀ ਕਾਇਮ ਹੈ ਜਿਨ੍ਹਾਂ ਤਿੰਨ ਕੇ ਨਾਮ ਅਨੇਕ ਅਨੰਤ ਜਿਨ੍ਹਾਂ ਦੇ ਬਹੁਤ ਜ਼ਿਆਦਾ ਨਾਂ ਹੈਗੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਕਰਮੀ ਕਰਮੀ ਹੋਏ ਵਿਚਾਰ ਉਹ ਜਿਹੜੇ ਹੈਗੇ ਆਪਣੇ ਕਰਮਾਂ ਨਾਲ ਆਪਣੇ ਜਿਹੜੇ ਉਹਨਾਂ ਦੇ ਉਹਦੇ ਨਾਲ ਫਿਰ ਉਹਨਾਂ ਬਾਰੇ ਵਿਚਾਰ ਜਾਂ ਇੱਥੇ ਉਹਨਾਂ ਨੂੰ ਜੱਜ ਉਹ ਕੀਤੇ ਜਾਂਦੇ ਆ ਜਾਂ ਉਹ ਜਿਹੜਾ ਉਹਨਾਂ ਦਾ ਐਕਸ਼ਨ ਹੈਗਾ ਉਹਦੇ ਨਾਲ ਹੀ ਪਤਾ ਚੱਲਦਾ ਕਿ ਉਹਨਾਂ ਦੀ ਐਸੈਂਸ ਕੀ ਹੈਗੀ ਉਹ ਕੀ ਹੈ ਸੱਚਾ ਆਪ ਸੱਚਾ ਦਰਬਾਰ ਕਿ ਇਹ ਜਿਹੜੀ ਹਸਤੀ ਹੈਗੀ ਆ ਯੂਨੀਵਰਸਲ ਕੁਦਰਤ ਹੈਗੀ ਆ ਉਹ ਆਪ ਹੀ ਸੱਚ ਹੈ ਤੇ ਆਪ ਹੀ ਉਹਦਾ ਜਿਹੜਾ ਨਿਰਣਾ ਹੈਗਾ ਜਾਂ ਉਹਦੀ ਜਜਮੈਂਟ ਹੈਗੀ ਉਹ ਹੈਗੀ ਤਿੱਥੇ ਸੋਣ ਪੰਜ ਪ੍ਰਵਾਨ ਤੇ ਜਿੱਥੇ ਸਾਡੇ ਜਿਹੜੇ ਸੈਂਸਸ ਹੈਗੇ ਜਿਹਦੇ ਨਾਲ ਅਸੀਂ ਦੁਨੀਆ ਨੂੰ ਜਾਣਦੇ ਹਾਂ ਜਾਂ ਨਿਰਣਾ ਕਰਦੇ ਹਾਂ ਉਹਦੇ ਕੱਚ ਪੱਕ ਦਾ ਨਿਰਣਾ ਹੁੰਦਾ ਉਸ ਦਰਬਾਰ 'ਚ ਉੱਥੇ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਤੇ ਉਹਦੀ ਮਿਹਰ ਨਾਲ ਫਿਰ ਪਤਾ ਚੱਲਦਾ ਨਹੀਂ ਇਹ ਮੇਰਾ ਖਿਆਲ ਹੈ ਇਹਦਾ ਇੰਜ ਮਤਲਬ ਹੈ ਕਿ ਜਿਹੜੇ ਉੱਥੇ ਤਿੱਥੇ ਦਾ ਮਤਲਬ ਹੈ ਉੱਥੇ ਠੀਕ ਜੀ ਤਿੱਥੇ ਦਾ ਮਤਲਬ ਉੱਥੇ ਹੈ ਉੱਥੇ ਸੋਣ ਪੰਜ ਪ੍ਰਵਾਨ ਯਾਨੀ ਜਿਹੜੇ ਪੰਜ ਹਵਾਸ ਨੇ ਉਹ ਪ੍ਰਮਾਣ ਹੁੰਦੇ ਨੇ ਤੇ ਅਗਲੀ ਲਾਈਨ ਜਿਹੜੀ ਹੈ ਉਹਦੇ ਨਾਲ ਜੁੜੀ ਹੈ ਨਜ਼ਰੀ ਕਰਮ ਪਵੇ ਨਿਸ਼ਾਨ ਤੇ ਉਹਨਾਂ ਦੇ ਵਜ੍ਹਾ ਤੋਂ ਤੁਹਾਡੀ ਨਜ਼ਰ ਦੇ ਵਿੱਚ ਜਿਹੜਾ ਉਹ ਨਿਸ਼ਾਨ ਜਿਹੜਾ ਹੈ ਜਿਹੜਾ ਉਹਨੂੰ ਵੱਖਰਾ ਕਰਦਾ ਹੈ ਉਹ ਤੁਹਾਡੇ ਸਾਹਮਣੇ ਤੁਸੀਂ ਉਹਨੂੰ ਪਛਾਣਦੇ ਹੋ ਠੀਕ ਮਤਲਬ ਜਿਹੜੇ ਤੁਹਾਡੇ ਪੰਜ ਜਿਹੜੀ ਸੈਂਸਸ ਹੈ ਉਹ ਵੀ ਉਸੇ ਚੋਂ ਨਿਕਲਦੇ ਆ ਤੇ ਉਹੀ ਫਿਰ ਤੁਹਾਨੂੰ ਉਹ ਜਿਹੜਾ ਹੈਗਾ ਡਿਸਕ੍ਰਿਮੀਨੇਸ਼ਨ ਦਾ ਜਾਂ ਇੱਕ ਚੀਜ਼ ਨੂੰ ਦੂਜੀ ਤਰ੍ਹਾਂ ਦੇਖਣ ਦਾ ਡਿਸਟਿੰਗੁਇਸ਼ ਕਰਨ ਦਾ ਡਿਸਰਨਮੈਂਟ ਦਾ ਜਿਹੜਾ ਕੁਵਤ ਦਿੰਦਾ ਕੱਚ ਪਕਾਈ ਉੱਥੇ ਪਾਈ ਉੱਥੋਂ ਹੀ ਫਿਰ ਜਿਹੜਾ ਹੈਗਾ ਕੱਚ ਪੱਕਦਾ ਹਾਂ ਉੱਥੇ ਹੀ ਕੱਚੀ ਤੇ ਉੱਥੇ ਹੀ ਪੱਕੀ ਪੈਂਦੀ ਹੈ ਹਾਂ ਮਤਲਬ ਇਹ ਹੈ ਕਿ ਸਾਰੀ ਪੱਕੀ ਵੀ ਨਹੀਂ ਹੁੰਦੀ ਤੇ ਸਾਰੀ ਕੱਚੀ ਵੀ ਨਹੀਂ ਹੁੰਦੀ ਇਹ ਡਾਇਲੈਕਟਿਕਸ ਹੈ ਨਾ
मतलब some things are in the making, ਜਾਂ some things are already carved out. ਜਾਂ वो सारा अमल जिहड़ा है वो जारी है। ਉਹ ਜਾਰੀ ਆ, ਮੁਸਲਸਲ ਜਾਰੀ ਆ। हाँ जी, ਬਿਲਕੁਲ। ਨਾਨਕ ਗਿਆ ਜਾਪੇ ਜਾ, ਕਹਿੰਦੇ ਉਹ ਜਦੋਂ ਉੱਥੇ ਬੰਦਾ ਉੱਪੜਦਾ ਹੈ, ਜਾਂ ਉਹ ਜਿਹੜਾ ਤੁਹਾਨੂੰ ਗਿਆਨ ਹੁੰਦਾ ਜਦੋਂ ਇੱਕਮਿਕ ਹੁੰਦੇ ਤੁਸੀਂ ਉਹਦੇ ਨਾਲ, ਫੇਰ ਸਾਨੂੰ ਅਸਲੀਅਤ ਦਾ ਪਤਾ ਚੱਲਦਾ। हाँ जी, हाँ जी, बिल्कुल बिल्कुल। नानक गया जापे जा, यानी ਉੱਥੇ ਜਾ ਕੇ ਤੇ ਹਾਂ ਤੁਹਾਨੂੰ ਜਿਹੜਾ ਹੈ ਉਹ ਜਾਪੇ, ਤੁਹਾਨੂੰ ਇੱਥੇ ਜਿਹੜਾ ਜਾਪੇ ਆ ਨਾ, ਜਾਪਦਾ ਹੈ। ਜਾਪਦਾ ਹੈ ਮਤਲਬ, ਲੇਕਿਨ ਹਾਂ ਇਹ ਹੈ ਕਿ ਜਾਪਣਾ ਦਾ ਮਤਲਬ ਕਲੀਅਰ ਕੱਟ ਨਜ਼ਰ ਨਹੀਂ ਆਉਣਾ ਹੁੰਦਾ। ਹਾਂ ਜਾਪਣਾ ਦਾ ਮਤਲਬ ਇਹ ਹੈ ਕਿ ਤੁਹਾਨੂੰ ਉਹਦੀ ਕੁਝ ਸੂਰਤ ਮਿਲਦੀ ਹੈ, ਬਿਲਕੁਲ। ਤੇ ਮਤਲਬ ਮੈਨੂੰ ਪੂਰੀ ਇੰਜ ਸੂਰਤ ਨਹੀਂ ਜਾਪਦਾ ਮਿਲਦੀ। ਹੈ, ਹਾਂ, ਮਤਲਬ ਜਾਪਦਾ ਮੇਰਾ ਹੈ, ਮੈਨੂੰ ਅੰਸ਼ ਹੈ। ਜਾਪਦਾ ਹੈ, ਯਾਨੀ ਹਾਂ ਮੇਰਾ ਅੰਦਾਜ਼ਾ ਹੈ। ਹਾਂ ਤੇ ਇਹ ਡਿਸਟਿੰਕਸ਼ਨ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ, ਇਸ ਡਿਸਟਿੰਕਸ਼ਨ ਦੇ ਨਾਲ ਇਹ ਅਸੀਂ ਇਸ ਨਤੀਜੇ ਤੇ ਪਹੁੰਚਨੇ ਆ ਕਿ ਇਸ ਅਮਲ ਚੋਂ ਗੁਜ਼ਰ ਕੇ ਕੋਈ ਵੀ ਬੰਦਾ ਐਬਸੋਲੂਟ ਨਹੀਂ ਹੋ ਜਾਂਦਾ। ਕਿ ਐਬਸੋਲਿਊਟ ਨੌਲੇਜ ਦੀ ਪੋਸਿਬਿਲਿਟੀ ਨਹੀਂ ਇਹ ਹੈ। ਬੜਾ ਸਾਇੰਟੀਫਿਕ ਹੈ ਇਨ ਦਾ ਸੈਂਸ ਕਿ ਤੁਸੀਂ ਪਹਿਲਾਂ ਆਪਣੀ ਹਾਈਪੋਥੇਸਿਸ ਬਣਾਉਣੇ ਆ हाँ जी, ਕਿ ਜੀ ਮੈਨੂੰ ਇੰਜ ਜਾਪਦਾ, ਬਿਲਕੁਲ। ਤੇ ਉਹ ਤੁਸੀਂ ਤੋਂ ਫਿਰ ਗਾਂਹ ਬੇਸਿਕ, हाँ जी, ਤੇ ਤੁਸੀਂ ਉਹ ਜਾਪਣ ਨੂੰ ਹੀ ਜਿਹੜਾ ਹੈ ਉਹ ਫਰੋਲਦੇ ਰਹਿੰਦੇ ਹੋ ਫਿਰ। ਹਾਂ ਤੇ ਇਹ ਤੁਸੀਂ ਅਗਰ ਇਹਨੂੰ ਪੂਰੀ ਪੌੜੀ ਨੂੰ ਦੇਖੋ ਤੇ ਇਹ ਬਾਬਾ ਗੁਰੂ ਨਾਨਕ ਜੀ ਦੀ ਜਿਹੜੀ ਬੇਸਿਕ ਫਿਲਾਸਫੀ ਹੈ ਉਹਨੂੰ ਇੱਕ ਹੋਰ ਤਰੀਕੇ ਨਾਲ ਹੀ ਬਿਆਨ ਕਰ ਰਹੀ ਹੈ ਜੀ ਕਿ ਵੇੜਾ ਤੇ ਜਿਹੜੇ ਐਲੀਮੈਂਟਸ ਨੇ ਇਸ ਸੰਸਾਰ ਦੇ, ਪਵਨ, ਪਾਣੀ, ਅਗਨੀ, ਪਾਤਾਲ, ਇਹ ਸਾਰਾ ਕੁਝ ਜਿਹੜਾ ਹੈਗਾ ਜਿਨ੍ਹਾਂ ਨਾਲ ਧਰਤੀ ਨੂੰ ਜਿਨ੍ਹਾਂ ਨਾਲ ਐਸਟੈਬਲਿਸ਼ ਕੀਤਾ ਗਿਆ ਹੈ। ਉਹਦਾ ਲਫ਼ਜ਼ ਥਾਪਿਆ ਉਹ ਬਹੁਤ ਹਾਂਜੀ ਬਿਲਕੁਲ ਆਪਰੇਟਿਵ ਹੈ। ਆਪਰੇਟਿਵ ਹੈ। ਹਾਂ ਤੇ ਫਿਰ ਇਹ ਜਿਹੜੀ ਧਰਤੀ ਥਾਪੀ ਹੋਈ ਹੈ ਇਹਦੇ ਵਿੱਚ ਬਹੁਤ ਸਾਰੇ ਜੀਆ ਜੰਤ ਜੱਗ ਦੇ ਵਿੱਚ ਰਹਿੰਦੇ ਨੇ। ਤੇ ਜਿਹੜੇ ਤੁਹਾਨੂੰ ਮਤਲਬ ਇਹਦਾ ਇਹ ਹੈ ਕਿ ਉਹ ਥਾਪੀ ਤੇ ਇੱਕ ਅਸੂਲ ਨਾਲ ਗਈ ਹੈ, ਲੇਕਿਨ ਉਹਦੇ ਵਿੱਚ ਜਿਹੜੇ ਜੀਆ ਜੰਤ ਨੇ ਉਹ ਰੰਗ ਦੇ ਨੇ, ਬੇਸ਼ੁਮਾਰ। ਹਾਂਜੀ, ਤਿੰਨ ਨਾਮ ਅਨੇਕ ਅਨੰਤ, ਜਿਨ੍ਹਾਂ ਦੇ ਨਾਂ ਜਿਹੜੇ ਨੇ ਉਹ ਬੇਸ਼ੁਮਾਰ ਨੇ ਜੀ। ਮਤਲਬ ਇਹ ਹੈ ਨਾ ਕਿ ਅਸੀਂ ਤੇ ਬੇਸ਼ੁਮਾਰ ਦੇ ਵਿੱਚ ਹੀ ਉਲਝ ਜਾਂਦੇ ਆ ਨਾ। ਹਾਂਜੀ ਕਰਮੀ ਕਰਮ ਹੋਵੇ ਵਿਚਾਰ, ਤੇ ਇਹਨਾਂ ਦੇ ਬਾਰੇ ਦੇ ਵਿੱਚ ਜਿਹੜਾ ਵਿਚਾਰ ਹੈ ਉਹ ਆਪਣਾ ਇਹਨਾਂ ਨੂੰ ਮਹਿਸੂਸ ਕਰਕੇ ਹੁੰਦਾ। ਕਰਮੀ ਦਾ ਮਤਲਬ ਇੱਥੇ ਹੈ ਤੇ ਕਰਨਾ ਹੈ, ਯਾਨੀ ਕਰਤ ਹੈ। ਤੇ ਇੱਥੇ ਵੀ ਉਹ ਸੈਂਸੂਅਸ ਐਕਟੀਵਿਟੀ ਆ ਜਾਂਦੀ ਬੰਦੇ ਦੀ। ਬਿਲਕੁਲ 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 ਬਿਲਕੁਲ। ਇੱਥੇ ਬਾਬੇ ਗੁਰੂ ਨਾਨਕ ਦੀ ਕੋਸਮੋਲੋਜੀ ਤੇ ਉਹਦੀ ਐਪਿਸਟੋਮੋਲੋਜੀ ਦੋਹਾਂ ਦਾ ਰਿਲੇਸ਼ਨਸ਼ਿਪ ਵੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ। ਹਾਂ, ਆਮ ਤੌਰ ਤੇ ਬਾਬਾ ਜਿਹੜਾ ਹੈ ਉਹ ਕੋਸਮੋਲੋਜੀ ਨੂੰ ਔਰ ਐਪਿਸਟੋਮੋਲੋਜੀ ਨੂੰ ਨਾਲ ਲੈ ਕੇ ਚੱਲਦੇ ਨੇ। ਹਾਂ ਬਿਲਕੁਲ। ਕਿਉਂ ਜੀ, ਕੋਈ ਸਵਾਲ ਇਹਦੇ ਤੇ? ਹਾਂਜੀ, ਇਹੀ ਗੱਲ ਹੈ ਜੀ ਕਿ ਇਹ ਜਿਹੜੀ ਸਾਰੀ ਦੀ ਸਾਰੀ ਪੌੜੀ ਹੈ ਕੁਦਰਤ ਦੇ ਕਿੰਨੀ ਕਰੀਬ ਹੈ ਔਰ ਕਿੰਨੇ ਡਾਇਰੈਕਟ ਰਿਲੇਸ਼ਨਸ਼ਿਪ ਦੱਸਦੀ ਹੈ। ਹਾਂਜੀ, ਇਹ ਜਿਹੜੀ ਲਾਈਨ ਹੈਗੀ ਹੈ ਨਾ ਜੀ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਕਿ ਜਦ ਗੁਰੂ ਮਹਾਰਾਜ ਨੇ ਧਰਤੀ ਜਦ ਧਰਤੀ ਸਥਾਪੀ ਗਈ ਤੇ ਜਿਹੜਾ ਤੁਹਾਡਾ ਜਿਹੜਾ ਮੈਡੀਟੇਸ਼ਨ ਹੈਗਾ ਆ ਉਹ ਵੀ ਤੁਹਾਡਾ ਇਸੇ ਜਗਤ 'ਚ ਰਹਿ ਕੇ ਹੀ ਹੋਣਾ। ਇਹ ਨਹੀਂ ਹੋ ਸਕਦਾ ਕਿ ਤੁਸੀਂ ਮੈਡੀਟੇਟ ਕਰਨ ਨੂੰ ਇਸੇ ਜਿਹੜੀ ਇਸ ਧਰਤੀ ਜਿਹੜੇ ਇਹ ਸਾਰੇ ਰੰਗ ਨੇ ਧਰਤੀ ਦੇ, ਇਹਦੇ ਵਿੱਚ ਰਹਿ ਕੇ ਹੀ ਤੁਹਾਨੂੰ ਉਹ ਧਰਮਸਾਲ ਲੱਭਣਾ। ਧਰਮ ਦਾ ਇੱਥੇ ਜਿਹੜਾ ਹੈ ਨਾ ਉਹ ਮੈਡੀਟੇਸ਼ਨ, ਰਾਈਟ? ਨਹੀਂ, ਉਹ ਯੂਨੀਵਰਸਲ ਲਾਅ ਹੈ ਜਿਹੜੀ ਹਾਂ ਬਿਲਕੁਲ। ਪਰ ਮੇਰਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਧਰਮ ਦਾ ਇੱਥੇ ਨਹੀਂ, ਧਰਮ ਦਾ ਕੀ ਮਤਲਬ ਹੈ? ਤੁਸੀਂ ਧਰਮ ਦਾ ਮਤਲਬ ਕੱਢੋ ਨਾ ਪਹਿਲੇ। ਹਾਂ,
ਉਹੀ ਜਿਹੜੀ ਅਸਲੀਅਤ ਇਸ ਜਿਸ ਜਗ ਦੀ ਜਾਂ ਇਸ ਕ੍ਰੀਏਸ਼ਨ ਦੀ ਅਸਲੀਅਤ ਤੁਸੀਂ ਉਸੇ ਜਗ ਵਿੱਚ ਰਹਿ ਕੇ ਹੀ ਲੱਭ ਸਕਦੇ ਹਾਂ ਇਹ ਗੱਲ ਤੁਹਾਡੀ ਹਾਂ। ਠੀਕ ਹੈ, ਹਾਂ ਇਹ ਤੁਹਾਡੀ ਠੀਕ ਹੈ। ਇਹ ਤੋਂ ਬਾਹਰ ਨਹੀਂ ਤੁਸੀਂ ਜਾ ਸਕਦੇ ਕਿ ਵੀ ਤੁਸੀਂ ਹਾਂਜੀ, ਜਿੱਦਾਂ ਨਹੀਂ, ਜੋ ਬਾਬਾ ਵੀ ਇਹ ਜਾਗੀ ਅੱਗੇ ਜਾ ਜਾਂਦੇ ਕੇ- ਨੇ ਨਾ। ਇਹ ਤੋਂ ਅੱਗੇ ਜਾ ਕੇ ਜਾਂਦਾ ਬਾਬਾ ਕਹਿੰਦਾ ਇਹ ਤੋਂ ਇਲਾਵਾ ਕੋਈ ਚਾਰਾ ਵੀ ਹੈ ਨਹੀਂ। ਨਹੀਂ ਮਤਲਬ ਕਿ ਦੈਟਸ ਵਾਟ ਹੀ ਇਜ਼ ਐਸਟੈਬਲਿਸ਼ਿੰਗ। ਤੇ ਇੱਕ ਜਿਹੜੀ Yeah. ਅਗਲੀ ਹੈਗੀ ਆ ਕਰਮੀ ਹੋਏ ਵਿਚਾਰ। ਹਾਂ। ਤੇ ਤੁਸੀਂ ਇਸ ਚੀਜ਼ ਨੂੰ ਪਹਿਚਾਨਣ ਨੂੰ ਜਿਹੜੀ ਤੁਹਾਨੂੰ ਸ਼ਕਤੀ ਪਾਉਣੀ ਆ ਉਹ ਤੁਹਾਨੂੰ ਐਫਰਟ ਕਰਕੇ ਕਰਨੀ ਪੈਣੀ। ਯੂ ਹੈਵ ਟੂ ਬੀ ਪ੍ਰੋਐਕਟਿਵ ਇਨ ਯੋਰਸੈਲਫ। ਤੁਸੀਂ ਇਹਨੂੰ ਲੱਭਣ ਲਈ, ਇਹ ਨਹੀਂ ਕਿ ਤੁਹਾਨੂੰ ਆ ਕੇ ਇੱਕ ਦਿਨ ਆਮਦ ਹੋ ਜਾਣੀ। ਆਪਣੇ ਕਰਮੀ ਹੋਏ ਵਿਚਾਰ। ਹਾਂਜੀ ਹਾਂਜੀ ਬਿਲਕੁਲ, ਮਤਲਬ ਇਹ ਹੈ ਕਿ ਇੱਥੇ ਐਪਿਸਟੋਮੋਲੋਜੀ ਦਾ ਅਸੂਲ ਆ ਰਿਹਾ ਨਾ ਬਾਬੇ ਜੀ ਦਾ, ਹਾਂ ਤੇ ਉਹ ਬੇਸਿਕਲੀ ਤੇ ਦੋ ਤਰ੍ਹਾਂ ਦੀ ਫਿਲਾਸਫੀਜ਼ ਨੇ ਨਾ। ਇੱਕ ਤੇ ਉਹ ਕਹਿੰਦੇ ਨੇ ਕਿ ਜਿਹੜੀ ਇੰਟੂਇਸ਼ਨ ਤੋਂ ਹੀ ਸਾਰਾ ਕੁਝ ਲੱਭਦਾ ਹੈ, ਹਾਂ ਮਤਲਬ ਬੰਦੇ ਉਹਨੂੰ ਦਾ ਨਿਗੇਟ ਕਰ ਰਿਹਾ, ਆਪਣਾ, ਉਹਨੂੰ ਨਿਗੇਟ ਕਰ ਰਿਹਾ। ਹਾਂਜੀ ਬੰਦੇ ਦਾ ਆਪਣਾ ਕੋਈ ਕਰਤ ਨਹੀਂ ਹੁੰਦੀ, ਉਹਦੇ ਚ ਇੰਟੂਇਸ਼ਨ ਹੁੰਦੀ ਹੈ। ਤੇ ਪੈਗੰਬਰਾਂ ਨੂੰ ਹੋ ਗਈ ਤੇ ਉਹਨਾਂ ਨੇ ਆ ਕੇ ਦੱਸਤਾ ਤੁਹਾਨੂੰ। ਤੇ ਇੱਥੇ ਇਹ ਹੈ ਕਿ ਇਹ ਨਹੀਂ ਹੋਣਾ, ਬਲਕਿ ਤੁਹਾਨੂੰ ਆਪ ਐਫਰਟ ਕਰਨੀ ਪੈਣੀ। ਏਦਾਂ ਹੀ ਇੱਥੇ ਜਿੱਦਾਂ ਇਹ ਕਹਿ ਰਹੇ ਨੇ ਨਾ, ਤਿੱਥੇ ਸੋਹਣ ਪੰਜ ਪਰਵਾਨ। ਹਾਂਜੀ ਹਾਂਜੀ ਬਿਲਕੁਲ। ਮਤਲਬ ਕਿ ਤੁਹਾਨੂੰ ਉਹਨਾਂ ਨੂੰ ਡਿਵੈਲਪ ਕਰਨਾ ਪੈਣਾ, ਆਪਣੇ 5 ਸੈਂਸਸ ਦੀ ਬਿਨਾ ਤੇ ਹੀ ਤੁਹਾਨੂੰ ਉੱਥੇ ਉਹੀ ਪਰਵਾਨ ਨੇ। ਓਨਲੀ ਦੈਟ ਕੈਨ ਗਾਈਡ ਯੂ। ਤੇ ਸਾਰਾ ਨੌਲੇਜ ਤੁਹਾਨੂੰ ਤੁਹਾਡੇ 5 ਤੁਹਾਡੇ ਸੈਂਸਸ ਆਪਣੇ ਹੀ ਨੇ ਜਿਹੜੇ ਕਿ ਉਹਨਾਂ ਨੂੰ ਡਿਵੈਲਪ ਕਰਕੇ ਤੁਹਾਨੂੰ ਗਾਈਡ ਜਿਹੜੇ ਕਰ ਸਕਦੇ ਨੇ, ਹੋਰ ਕੁਝ ਨਹੀਂ ਕਰ ਸਕਦੇ। ਹੁਣ ਤੁਹਾਨੂੰ ਇਸੇ ਲਈ ਉਹ ਜਿਹੜਾ ਜਿੱਥੇ ਵੀ ਵਾਰਿਸ ਸ਼ਾਹ ਦੇ ਵਿੱਚ ਜਿੱਥੇ ਵੀ ਰਾਂਝੇ ਨੂੰ ਮੁਸੀਬਤ ਪੈਂਦੀ ਹੈ ਨਾ, ਤੇ ਪੰਜ ਪੀਰ ਆ ਜਾਂਦੇ, ਉੱਥੇ 5 ਪੀਰ ਆ ਜਾਂਦੇ ਨੇ। ਤੇ ਉਹ ਫਿਰ ਜਦੋਂ ਬਾਅਦ ਦੇ ਵਿੱਚ ਆਖਰ ਦੇ ਉੱਤੇ ਉਹਦੀ ਤਸ਼ਰੀਹ ਕਰਦੇ ਨੇ ਵਾਰਿਸ ਸ਼ਾਹ ਹੁਣੀ, ਤੇ ਉਹ ਕਹਿੰਦੇ ਨੇ ਪੰਜ ਪੀਰ ਇਹ 5 ਹਵਾਸ ਜਾਣੋ। ਇਹ ਪੀਰ ਨਹੀਂ ਸਣੇ, ਤੇਰੇ 5 ਹਵਾਸ ਹੈ। ਹਵਾਸ ਹੀ ਸਨ। ਹਾਂ ਤੇ ਫਿਰ ਜਿਹੜਾ ਆਂਦੀ ਹੈ, ਇਹ ਆਂਦੀ ਹੈ ਕਿ ਕੱਚ ਪਕਾਈ ਉੱਥੇ ਪਾਈ। ਇੱਥੇ ਉਹ ਕਹਿੰਦੇ ਨੇ, ਇੱਥੇ ਹੀ ਸੈਪਰੇਸ਼ਨ, ਜਿੱਦਾਂ ਕਹਿੰਦੇ ਨਾ ਕੀ ਕਹਿੰਦੇ ਨੇ, ਕਣਕ ਚੋਂ ਘੁੰਨ ਕੱਢਣ ਵਾਲੀ, ਕਿ ਵੀ ਜੇ ਇੱਥੇ ਹੀ ਹੋਣਾ ਹੈਗਾ ਆ ਇਸ ਚੀਜ਼ ਦਾ ਨਤੀਜਾ ਕਿ ਕੱਚਾ ਕਿਹੜਾ ਤੇ ਪੱਕਾ ਕਿਹੜਾ। ਵਿਦ ਯਰ ਓਨ ਨੌਲੇਜ, ਵਿਦ ਯਰ ਓਨ ਐਫਰਟ, ਵਿਦ ਯਰ ਓਨ ਸੈਂਸਸ ਸਾਨੂੰ ਅਸਲੀਅਤ ਔਰ ਦੂਜੇ ਦੇ ਵਿੱਚ ਫਰਕ ਪਤਾ ਲੱਗੇਗਾ। ਇਹ ਨਹੀਂ ਹੋ ਸਕਦਾ। ਹਾਂ, ਜਾਂ ਇਹ ਕਿ ਜਿਹੜੀ ਇਹ ਤੁਹਾਡੇ ਹਵਾਸਾਂ ਦੇ ਜ਼ਰੀਏ ਜਿਹੜਾ ਇਲਮ ਹੈ, ਹੀ ਓਨਲੀ ਦੈਨ। ਹਾਂ ਉਦੋਂ ਉਹ ਕੱਚਾ ਵੀ ਹੋਏਗਾ ਤੇ ਪੱਕਾ ਵੀ ਹੋਏਗਾ। ਨਹੀਂ, you can discern the difference between ਕੱਚਾ ਹਾਂ and ਬਿਲਕੁਲ, ਨਹੀਂ ਇਹੋ ਹੀ ਮਤਲਬ ਆ ਉਹਦਾ ਕਿ ਬਈ ਉਹੀ ਇਹੋ ਮਤਲਬ ਹੈ ਕਿ ਕੱਚ ਪਕਾਈ ਉੱਥੇ ਪਾ, ਯਾਨੀ ਕੱਚਾ ਜਿਹੜਾ ਹੈ ਉਹ ਵੀ ਤੇ ਪੱਕਾ ਜਿਹੜਾ ਹੈ ਉਹਦਾ ਤੁਹਾਨੂੰ ਉਨੀ ਅਕਲ ਆ ਜਾਏਗੀ ਕਿ with your own senses you have to discern ਕਿ ਕੱਚਾ ਕੀ ਹੈ ਤੇ ਪੱਕਾ ਕੀ ਹੈ, ਕਿ ਅਸਲੀ ਕੀ ਹੈ ਔਰ ਨਕਲੀ ਕੀ ਹੈ। ਇਹ ਉਹਨਾਂ ਲੋਕਾਂ ਲਈ ਹੋਈ ਆ ਨਾ ਜਿਹੜੇ ਕਿ ਵੀ ਦੱਸਦੇ ਨੇ ਕਿ ਵੀ ਸਾਨੂੰ ਪਤਾ ਹੈ। अच्छा जी, अगे चलो। धर्म खंड का एहो धर्म, ज्ञान खंड का हुण ये जिहड़ी उत्ते गल होई है कि जिहड़ी तुहानूं जिहड़ा नॉलेज मिलदा है, जिवें मिलदा है, ते ये ओनू हुण फर्दर 1 by 1 एक्सप्लेन किया जाएगा। धर्म खंड का एहो धर्म, ज्ञान खंड का आखे कर्म। केते पौन पानी वे संतर, केते कान मुहेस, केते बरमे। जरा होल्ड करियो। मैं रिकॉर्डिंग ਨੂੰ ਥੋੜਾ ਪੌਜ਼ ਕਰ ਦੇਣ ਲੱਗਾ ਜੀ। ਹਾਂਜੀ ਠੀਕ ਹੈ। ਹਾਂਜੀ ਤੁਸੀਂ ਜਾਰੀ ਰੱਖੋ, ਮੈਂ ਜ਼ਰਾ ਉਹਦੇ ਨਾਲ ਗੱਲ ਕਰ ਲਵਾਂ। ਕਰ ਲਓ। ਠੀਕ ਹੈ ਜੀ। ਤੇ ਜਸਪਾਲ ਜੀ ਆਪਾਂ ਅਗਲੀ ਪੜ੍ਹੀਏ ਫਿਰ। ਹਾਂਜੀ ਪੜੋ। ਤੁਹਾਡੇ ਕੋਲ ਹੈਗੀ ਹੈ ਕਿ ਮੈਂ ਪੜਾਂ? ਮੈਂ ਪੜ੍ਹ ਦਿੰਦੀ, ਮੈਂ ਪੜ੍ਹ ਦਿੰਦੀ। ਚਲੋ ਹਾਂ ਤੁਸੀਂ ਪੜੋ। ਚਲੋ ਬੀਬਾ ਜੀ ਪੜ੍ਹਦੇ ਨੇ। धर्म खंड का एहो धर्म, ज्ञान खंड का आखो कर्म। केते पवन पानी वे संतर, केते कान महेश, केते बरमे काड़त कड़िए, रूप रंग के वेश। केते कर्म भूमि मेर, केते तू उपदेश, केते इंद चंद सूर, केते मंडल देश।
केते सिद्ध बुद्ध नाथ, केते केते देवी वेश, केते देव दानव मुन, केते केते रतन समुंद, केत्या खाणी, केत्या बाणी, केते पात नरिंद, केत्या सुरती सेवक, केते नानक अंत ना अंत। बहुत जबरदस्त पौड़ी है जी। सारियां ही पौड़ियां कमाल ने। हाँ जी, तुसी हुण देखो जी, धर्म खंड का ये होता कि ये जड़ा यूनिवर्सल हस्ती हैगी है अते यूनिवर्सल असूल है, यह धर्म खंड का ये हो धर्म, इस हस्ती का अपना एक असूल हैगा। वो कहते ना संस्कृत च धर्मो धार्यति या धम्म इत धायति, पाली च कि धर्म वो है जिहड़ा इस पूरे दुनिया नू, पूरे संसार नू, पूरे जगत नू अपने आप विच कायम रखदा। ते ये कहंदे हुण दसो ये जिहड़ा धर्म खंड है ਇਹਦਾ असूल की है, ते ज्ञान खंड का हुण ज्ञान खंड बारे दसदे कि ज्ञान खंड का जिहड़ा हैगा ज्ञान खंड का आख कर्म। हुण ज्ञान खंड के बारे, ज्ञान खंड जिहड़ा है थोड़ा जो ज्ञान है ਇਹਦੇ बारे हुण गल कर रहे बाबा जी। फिर हुण फिनोमिनोलॉजिकल डिस्क्रिप्शन दे रहे हैं ਜਿਹੜੇ ਪਹਿਲਾਂ भी दे चुके हैं। केते पवन पानी वैसंतर, केते कान महेश। हुण सारे ਜਿਹੜੇ एलिमेंट हैगे, बीइंग्स हैगे, एंटिटीज है ਜਿਹੜੇ हैगियां, उन्हां सब ਦਾ ਜ਼ਿਕਰ कर रहे। केते पवन, हवा, पानी, अग, ते किन्ने महेश, कान, कृष्णा, मतलब किन्ने कंसैप्शन है बंदियां दे, देवी देवतियां दे। केते बरमे काड़त कढ़ियाई, रूप रंग के वेश, कि जेड़े कहंदे है कि बर्मा ने इन्नी सारी सृष्टि कायनात बनाई है, वख वख पहला भी दस चुका है बाबा जी कि किन्ने रंग हैगे आ। केतियां करम भूमि, मोर केते केते उपदेश, ते मतलब किन्ने बंदे उपदेश देने वाले हैगे कई तरह दे। नहीं, ਜਿਹੜੇ एक मिनट ठहरियो जरा जसपाल जी, जी मेरी पढ़ते हैगी है कि इत्थे केते बरमे केते बरमे घाड़त घड़ी, इत्थे ही हो ना तुसी? हाँ जी, हाँ जी। केते बरमे घाड़त घड़ी है। मेरा अपना ख्याल ये है, जी मेरी पढ़त है वो ये है कि किन्ने ही ब्रह्मे जड़े ने वो दुनिया ने या ख्यालां दे विच घड़े ने, आप घड़े ने, आप घड़े ने, आप घड़े ने, रूप रंग के वेश, ते फिर उन्हां नू अपनी तरह दा उन्हां ने रंग वेश दिता है। हाँ, मतलब ये है कि वो कोई उत्तों नहीं उतरे, बल्कि वो बंदियां ने आप ही अपनी घड़े हुए। वो मतलब ਜਿਹੜੀ यूनिवर्सल हस्ती है वो तो एक हैगी है। नहीं, हाँ जी, हाँ जी, ते बंदियां ने अपने एंथ्रोपोमॉर्फिक ढंग नाल हर तरह दे ब्रह्मे, विष्णु, महेश, ये ना जी, ये सारे घड़े ने। ये जी पहली है ना जी, तो धर्म खंड का एहो धर्म, ज्ञान खंड का आखो कर्म। कहते धर्म खंड दे जेड़े धर्मी लोग ने, जिन्हां ने जेड़ी ऑर्गेनाइज्ड ने, उन्हां ने फिर देन दे डिस्क्राइब कि उन्होंने आ सब कुछ कीता होया है। ते जेड़ा ज्ञान खंड है आखो कर्म के तो तुसी दसो, तुसी सोचो, ਉਹਦਾ ਤਾਂ ਕਰਮ ਨਾ ਜਿਹੜੇ ਗਿਆਨ, ਜਿਹੜੇ ਨੌਲੇਜ ਜਿਨ੍ਹਾਂ ਨੂੰ ਇਹਨਾਂ ਦੇ ਆਪਣੀ ਸੁਰਤਾਂ ਦੇ ਬਾਰੇ ਹੈਗੀ ਆ, ਉਹ ਇਹਨਾਂ ਨੂੰ ਕੀ ਸਮਝਦੀ ਆ। ਧਰਮੀ ਲੋਕਾਂ ਨੇ ਤੇ ਉਹਨਾਂ ਨੂੰ ਏਦਾਂ ਬਣਾਇਆ, ਉਹਨਾਂ ਨੇ ਇਹਨਾਂ ਦੇ ਆਕਾਰ ਬਣਾਤੇ ਨੇ, ਇਹਨਾਂ ਨੂੰ ਨਾਂ ਦੇ ਦਿੱਤੇ ਨੇ, ਇਹਨਾਂ ਨੂੰ ਐਟਰੀਬਿਊਟਸ ਦਿੱਤੇ। ਸਿਰਫ ਧਰਮੀ ਲੋਕਾਂ ਨੇ ਨਹੀਂ, ਸਾਰੇ ਬੰਦਿਆਂ ਨੇ। ਹਾਂ, ਸਭ ਨੇ, ਮਤਲਬ ਕਿ ਉਹ ਦੋ ਚੀਜ਼ਾਂ ਦੀ ਆਪੋਜੀਸ਼ਨ ਹੈ ਨਾ। ਇੱਕ ਤੇ ਹੈਗੀ ਹੈ ਐਸਟੈਬਲਿਸ਼ਮੈਂਟ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਹੋਇਆ, ਤੇ ਹੁਣ ਤੁਸੀਂ ਦੱਸੋ ਕਿ ਉਹ ਕਹਿੰਦੇ ਨੇ ਗਿਆਨ ਖੰਡ ਕਾ ਆਖੋ ਕਰਮ।
ਹੁਣ ਜਿਹੜੇ ਗਿਆਨ ਖੰਡ ਨੇ ਵਿਦ ਯੋਰ ਨੌਲੇਜ ਵਿਦ ਯੋਰ ਸੈਂਸਸ, ਤੁਸੀਂ ਸੋਚੋ। ਅੱਛਾ, ਜਦੋਂ ਤੁਸੀਂ ਸੋਚਦੇ ਹੋ ਤਾਂ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਗਲਤ ਹੈ ਸਾਰਾ ਕੁਝ। ਤੇ ਪਵਨ ਪਾਣੀ ਵੇ ਹਾਂ। ਸੰਤਨ, ਕਿ ਕਿੰਨੀ ਹੀ ਪਾਣੀ ਹਵਾ ਪਾਣੀ ਤੇ ਅੱਗ ਹੈ, ਕਿਤੇ ਕਾਣ ਹਮੇਸ਼ ਤੇ ਕਿੰਨੇ ਕਿਸ਼ਮ ਤੇ ਮਹੇਸ਼ਵਰ ਤੇ ਸ਼ਿਵ ਕਿੰਨੇ ਬਰਮੇ ਜਿਹੜੇ ਨੇ ਉਹ ਘੜੇ ਗਏ ਨੇ, ਔਰ ਉਹਨਾਂ ਨੂੰ ਵੱਖਰਾ ਵੱਖਰਾ ਰੂਪ ਤੇ ਵੇਸ਼ ਦਿੱਤਾ ਗਿਆ। ਰਾਈਟ। ਹਾਂਜੀ, ਕੇਤੇ ਆਕਰਮ ਭੂਮੀ ਮੀਰ, ਤੇ ਕਿੰਨੇ ਹੀ ਜਿਹੜੇ ਨੇ ਉਹ ਬਣਾਏ ਗਏ ਨੇ, ਯਾਨੀ ਦੁਨੀਆਵਾਂ ਤੇ ਪਲੈਨਟਸ। ਪਹਾੜ। ਕਿਤੇ ਕਰਮ ਭੂਮੀ ਮੇਰ, ਕਿਤੇ ਕਿਤੇ ਤੂ ਉਪਦੇਸ਼। ਹਾਂਜੀ, ਤੇ ਕਿਤੇ ਕਿਤੇ ਧੂ ਉਪਵੇਸ਼। ਹਾਂਜੀ, ਤੇ ਬਹੁਤ ਜ਼ਿਆਦਾ ਕਿੰਨੇ ਕਨਸੈਪਸ਼ਨਸ ਬੰਦੇ ਨੇ ਆਪ ਬਣਾਏ ਹੋਏ, ਆਪ ਬਣਾਈਆਂ। ਬਿਲਕੁਲ ਆਪ ਬਣਾਏ। ਇਹ ਆ ਮਤਲਬ। ਹਾਂ, ਲੇਕਿਨ ਇਹ ਹੈ ਕਿ ਮੈਂ ਬਹੁਤ ਹੈਰਾਨ ਹੁੰਦਾ ਹੈ ਕਿ ਅਸੀਂ ਸਾਡੇ ਚੋਂ ਬਹੁਤ ਸਾਰੇ ਇਹ ਇੰਟੈਲੈਕਚੁਅਲ ਲੈਵਲ ਤੇ ਇਹਨੂੰ ਅਸੀਂ ਐਕਸੈਪਟ ਕਰ ਲੈਂਦੇ ਹਾਂ, ਤੇ ਜਦੋਂ ਅਸੀਂ ਪ੍ਰੈਕਟੀਕਲ ਜ਼ਿੰਦਗੀ ਜਾਂਦੇ ਹਾਂ ਤੇ ਅਸੀਂ ਫਿਰ ਉਹ ਆਮ ਲੋਕਾਂ ਵਾਂਗੂ ਹੀ ਉਹਨਾਂ ਨੂੰ ਬਰਮਿਆਂ ਨੂੰ ਤੇ ਉਹਨਾਂ ਸਾਰਿਆਂ ਨੂੰ ਮੰਨਦੇ। ਹਾਂ, ਬਿਲਕੁਲ ਬਿਲਕੁਲ। ਅਸਲ ਤੇ ਤੋੜਨਾ ਤੇ ਉੱਥੋਂ ਹੈ ਨਾ। ਜੀ ਜੀ, ਬਿਲਕੁਲ ਬਿਲਕੁਲ। ਕੇਤੇ ਅੰਧ ਇੰਦ ਚੰਦ ਸੂਰ, ਕਿੰਨੇ ਹੀ ਕੇਤੇ ਇੰਦਰ, ਇੰਦ ਕਿੰਨੇ ਚੰਦ ਸੁਰ, ਕੇਤੇ ਕੇਤੇ ਮੰਡਲ ਦੇਸ। ਹਾਂਜੀ। ਤੇ ਆ ਸਭ ਕੁਝ ਬੰਦਿਆਂ ਨੇ ਘੜੇ ਹੋਏ ਆ ਕਿ ਕਿੰਨੇ ਇੰਦਰ ਤੇ ਹੋਰ ਚੰਦ ਨੂੰ ਦੇਵਤਾ ਬਣਾਇਆ ਹੋਇਆ, ਹੋਰ ਜਿੰਨੇ ਸੂਰਜ ਚੰਦਰ, ਉਹਨਾਂ ਨੂੰ ਵੀ ਦੇਵਤੇ ਬਣਾਇਆ ਹੋਇਆ, ਮੰਗਲ, ਫਲਾਨਾ ਢਮਕਾਨਾ। ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਦੇਸ। ਹਾਂਜੀ, ਇਹ ਵੀ ਹੁਣ ਦੇਖੋ ਨਾ ਉਹੀ ਕਿੰਨੇ, ਚੀਜ਼ ਹੈ। ਹਾਂ, ਕਿੰਨੇ ਕਿੰਨੇ ਜਿਹੜੇ ਮਤ ਜਾਂ ਪਥ ਜਾਂ ਪੰਥ ਬਣਾਏ ਹੋਏ ਲੋਕਾਂ ਨੇ। ਹਾਂਜੀ, ਅੱਗੇ ਚਲੋ। ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੂਹ। ਇਹ ਵੀ ਫਿਰ ਉਹ ਜਿਹੜੀ ਡਾਇਵਰਸਿਟੀ ਹੈਗੀ, ਕੇਤੇ ਕੇਤੇ ਰਤਨ ਸੰਬੰਧ। ਰਤਨ ਸੰਬੰਧ ਇੱਥੇ ਹੈਗਾ। ਹਾਂ, ਕਿ ਮਤਲਬ ਕਿੰਨੇ ਹੀ ਜਿਹੜੇ ਦੇਵ ਨੇ, ਜਿਹੜੇ ਰਾਖਸ਼ ਨੇ, ਹਾਂ, ਜਾਂ ਸਮੁੰਦਰ ਦੇ ਜਿਹੜੇ ਰਤਨ ਹੈਗੇ ਆ ਉਹ ਬੇਸ਼ੁਮਾਰ ਹੈਗੇ। ਤੇ ਸਮੁੰਦਰ ਦੇ ਵਿੱਚ ਬਹੁਤ ਸਾਰੇ ਹੀਰੇ ਜਵਾਹਰ ਪਏ ਨੇ। ਇਹ ਲੋਕਾਂ ਦੀ ਮੰਨਤ ਹੈ। ਕੋਈ ਮੰਨਦਾ ਹੈਗਾ ਆ ਕਿ ਦੇਵ ਨੇ, ਕੋਈ ਮੰਨਦਾ ਹੈ ਕਿ ਦਾਨਵ ਨੇ, ਤੇ ਕੋਈ ਸਮਝਦਾ ਹੈ ਕਿ ਜਿਹੜੇ ਓਸ਼ਨਸ ਨੇ ਦੇ ਆਰ ਫੁੱਲ ਆਫ ਰਤਨ। ਅਲੱਗ-ਅਲੱਗ ਲੋਕਾਂ ਦੇ ਮਾਨਤਾ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਨਕੇਰ ਹੈ, ਆਈ ਥਿੰਕ। ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ, ਸੇਵਕ ਨਾਨਕ ਅੰਤ ਨ ਅੰਤ। ਇਹਨੇ ਕਿੰਨੇ ਤਰ੍ਹਾਂ ਦੇ ਖਾਣ ਦੇ ਢੰਗ ਨੇ, ਖਾਣ ਦੇ ਵਸੀਲੇ ਨੇ, ਤੇ ਕਿੰਨੇ ਤਰ੍ਹਾਂ ਬੋਲਣ ਦੇ ਤਰੀਕੇ ਨੇ, ਤੇ ਆਪਣਾ ਕਿੰਨੇ ਤਰ੍ਹਾਂ ਦੇ ਬਾਦਸ਼ਾਹ ਨੇ, ਕਿੰਨੇ ਤਰ੍ਹਾਂ ਦੇ ਰਾਜੇ ਨੇ। ਹਾਂਜੀ, ਇਹੋ ਹੀ ਹੈ ਨਾ। ਤੇ ਕੇਤੀਆ ਸੁਰਤੀ, ਤੇ ਕਿੰਨੇ ਤਰ੍ਹਾਂ ਦੇ ਸ਼ਊਰ ਨੇ, ਕਾਂਸ਼ੀਅਸਨੈਸ ਨੇ। ਯਾਨੀ ਉਹਨਾਂ ਦੀ ਵੀ ਉਹ ਵੀ ਕੋਈ ਇੱਕ ਨਹੀਂ ਹੈਗੀ, ਉਹ ਵੀ ਬਹੁਤ ਬੇਅੰਤ ਨੇ। ਸੇਵਕ ਨਾਨਕ ਅੰਤ ਨ ਅੰਤ, ਤੇ ਸੇਵਕ ਨਾਨਕ ਇਹ ਕਹਿੰਦੇ ਨੇ ਕਿ ਇਹਨਾਂ ਦਾ ਕੋਈ ਅੰਤ ਨਹੀਂ ਹੈ। ਠੀਕ ਹੈ ਜੀ। ਹਾਂਜੀ, ਇਹ ਉਹੀ ਗੱਲ ਨਾ ਡਾਕਟਰ ਸਾਹਿਬ, ਇਸ ਪੌੜੀ ਦੇ ਵਿੱਚ ਉਹਨਾਂ ਨੇ ਧਰਮ ਖੰਡ ਵਾਲਿਆਂ ਦੀ ਗੱਲਾਂ ਦੱਸੀਆਂ, ਅਗਲੀ ਪੌੜੀ ਚ ਉਹਨਾਂ ਨੇ ਸਾਨੂੰ ਗਿਆਨ ਖੰਡ ਦੀਆਂ ਦੱਸ ਦੇਣੀਆਂ। ਹਾਂਜੀ, ਬਿਲਕੁਲ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਪਹਿਲੇ ਉਹਨਾਂ ਨੇ ਜਨਰਲੀ ਜਿਹੜਾ ਕ੍ਰੀਏਸ਼ਨ ਦਾ ਅਮਲ ਹੈ ਉਹਨੂੰ ਪੋਰਟਰੇਟ ਕੀਤਾ, ਤੇ ਫਿਰ ਉਹਦੇ ਵਿੱਚ ਜਿਹੜੇ ਮੇਜਰ ਆਸਪੈਕਟਸ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਉਹਨਾਂ ਨੇ ਲਿਆ, ਨਖੇੜਿਆ। ਮਤਲਬ ਕਿ ਉਹ ਮਤਲਬ ਜਿਹੜੇ ਕਿ ਬਈ ਧਰਮ ਦਾ ਮੰਨਦੇ ਨੇ, ਉਹ ਆ ਮੰਨਦੇ ਨੇ, ਤੇ ਨੈਕਸਟ ਵਿੱਚ ਹੈਗਾ ਕਿ ਜਿਹੜੇ ਗਿਆਨ ਨਾਲ ਸੋਚਦੇ ਨੇ ਉਹ ਆ ਮੰਨਦੇ।
ਡਾਕਟਰ ਚਲੋ ਸਾਹਿਬ ਜੀ। ਇੱਕ ਇੱਥੇ ਗੱਲ ਹੈਗੀ ਆ ਕਿ ਬਾਬਾ ਜੀ ਨੇ ਜੋ ਪੁਆਇੰਟ ਬਣਾਉਣਾ ਹੁੰਦਾ ਔਰ ਇੰਨਾ ਬੋਲਡਲੀ ਬਣਾਉਂਦੇ ਨੇ ਕਿ ਐਟ ਦਾ ਕਾਸਟ ਆਫ ਰੈਪੀਟੀਸ਼ਨ ਉਸ ਪੁਆਇੰਟ ਨੂੰ ਬਿਲਕੁਲ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕਰਦੇ ਨੇ। ਆਹੋ ਬਿਲਕੁਲ ਬਿਲकुल, ਮਤਲਬ ਇਹ ਹੈ ਨਾ ਕਿ ਬਈ ਕਿਉਂਕਿ ਜਿਹੜਾ ਉਹਨਾਂ ਦਾ ਆਡੀਅנס ਹੈ ਜਾਂ ਸੁਣਨ ਵਾਲੇ ਲੋਕ ਨੇ ਤੇ ਉਹ ਉਹਨਾਂ ਨੂੰ ਗੱਲ ਰਜਿਸਟਰ ਇੰਨੀ ਜਲਦੀ ਨਹੀਂ ਹੁੰਦੀ ਤੇ ਇਸ ਲਈ ਉਸ ਗੱਲ ਨੂੰ ਕਈ ਤਰੀਕੇ ਦੇ ਨਾਲ ਬਾਰ-ਬਾਰ ਦੱਸਿਆ ਜਾਂਦਾ ਹੈ। ਬਿਲਕੁਲ। ਗਿਆਨ ਖੰਡ ਆਮ ਸ਼ਾਇਰ ਜਿਹੜੇ ਹੁੰਦੇ ਨੇ ਕਿ ਮਾੜਾ ਜਿਹਾ ਰੈਫਰੈਂਸ ਦੇ ਕੇ ਉਧਰ ਨਿਕਲ ਜਾਂਦੇ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਇੰਨੀ ਵਾਰੀ ਮੈਂ ਕਹਿਣਾ ਹੀ ਕਹਿਣਾ। ਹਾਂਜੀ ਬਿਲਕੁਲ ਬਿਲकुल। ਚਲੋ ਜੀ, ਆਪਣਾ ਜਸਪਾਲ ਜੀ ਹੁਣ ਤੁਸੀਂ ਪੜੋਗੇ। ਜਸਪਾਲ ਜੀ ਬੋਲ ਰਹੇ ਨੇ, ਕੋਈ ਸੁਣ ਨਹੀਂ ਰਿਹਾ ਜੀ, ਉਹਨਾਂ ਦਾ ਮਿਊਟ ਕੀਤਾ ਆ। ਉਹਨਾਂ ਨੂੰ ਕਹੋ ਮਨਾਨ ਮਿਊਟ ਕਰਨ। ਹਾਂਜੀ ਹਾਂਜੀ, ਮੈਂ ਇਹ ਕਹਿ ਰਿਹਾ ਸੀ ਕਿ ਬਾਬਾ ਜੀ ਸਾਰੀ ਗੱਲ ਇੰਨੀ ਸਿਧਾਈ ਨਾਲ ਤੇ ਇੰਨੀ ਤਿੱਖੀ ਇਸ ਕਰਕੇ ਕਰ ਰਹੇ ਆ ਕਿਉਂਕਿ ਉਹਨਾਂ ਦਾ ਜਿਹੜਾ ਮੰਤਵ ਸੀ ਉਹ ਲੋਕਾਂ ਨੂੰ ਸਮਝਾਉਣ ਲਈ ਤੇ ਇੱਕ ਨਵਾਂ ਰਾਹ ਖੋਲਣ ਦਾ ਸੀਗਾ। ਲੋਕੀ ਜਿਹੜੇ ਉਹ ਜਿਹਨੂੰ ਇੱਕ ਹੋਰ ਸ਼ਬਦ ਚ ਕਹਿੰਦੇ ਆ ਨਾ, ਸੰਸਾਰ ਰੋਗੀ ਨਾਮ ਹੈ ਦਾਰੂ। ਸਮਝੇ ਨਾ? ਉਹਨਾਂ ਦਾ ਮਤਲਬ ਹੀ ਹੈ ਕਿ ਜਿਹੜੇ ਰੋਗ ਦੇ ਸ਼ਿਕਾਰ ਬੰਦੇ ਹੈਗੇ ਆ ਤੇ ਉਹਨਾਂ ਦਾ ਇੱਕ ਨਵਾਂ ਰਾਹ ਖੋਲਣਾ। ਤੇ ਇਸ ਕਰਕੇ ਉਹ ਬੜੇ ਸ਼ਾਰਪ ਵੀ ਹੈਗੇ ਤੇ ਬੜੇ ਸਿੱਧੇ ਵੀ ਹੈਗੇ ਤੇ ਬੜੇ ਵਿਸਥਾਰ ਨਾਲ ਸਾਰੀ ਗੱਲਬਾਤ ਕਰਦੇ। ਹਾਂਜੀ, ਚਲੋ ਅਗਲਾ ਵੀ ਕਰੋ ਜਸਪਾਲ ਜੀ। ਕਰਮ खंड की बाणी जोर। नहीं यार ਵਿੱਚੋਂ ਛੱਡ नहीं गए। ज्ञान खंड में ज्ञान प्रचंड। अच्छा हाँ हाँ, कितने ज्ञान खंड में ज्ञान प्रचंड, तिथे नाद नबोध को डंद, शर्म खंड की बाणी रूप, तिथे घाड़त घड़िए बहुत अनूप, ताकिया गला कथ्या न जा, जे को कहे पीछे पछता, तिथे घड़िए सुरत मन मत मन बुद्ध, तिथे घड़िए सरा सिदा की सुध। Okay. They are bad? Go get my receipt book. Okay. चलो करो जी, मैं उन्हें बंदे ना कर रहे हैं। करो गल। केतियां खानियां केतियां बाणी केते पात नरिंद। 2 मिनट ਇੱਥੇ ਤਾਂ ਆਏ ਸੀ ਨਾ ਆਪਾਂ, ਕਿਤੇ ਦੇਵ ਦਾਨਵ ਮੁਨ केते रतन संबंध, ਇਹ ਤਾਂ ਹੋ ਗਿਆ ਸੀ, ਠੀਕ ਹੈ ਨਾ ਜੀ। केतियां खानी केतियां बाणी केते पात नरिंद। केतियां खानियां केतियां बाणी केते पात नरिंद। ਤੇ ਇਹ ਮਤਲਬ ਕਿੰਨੇ ਤਰ੍ਹਾਂ ਦਾ ਆਪਣਾ ਕੇਤੀਆਂ ਖਾਣੀਆਂ, ਮਤਲਬ ਰਹਿਣ ਦੇ ਤਰੀਕੇ, ਤੇ ਕਿੰਨੀਆਂ ਬੋਲੀਆਂ ਜ਼ਬਾਨਾਂ ਤੇ केते पात नरिंद, किन्नियां डायनेस्टीज, किन्ने राजे महाराजे होए। अच्छा, ਆਪਾਂ कर चुके हैं। ज्ञान खंड में ज्ञान प्रचंड, कि ਇਹ ਜਿਹੜਾ ਗਿਆਨ ਦਾ ਜਿਹੜਾ ਹੈਗਾ, ਇਹਦਾ ਹਸਤੀ ਦਾ ਗਿਆਨ, ਉਹੀ ਗਿਆਨ ਜਿਹੜਾ ਹੈਗਾ ਉਹੀ ਆਥੈਂਟਿਕ ਹੈ ਤੇ ਉਹੀ ਲਾਹੇਵੰਦ ਹੈ। ਜਿੱਥੇ ਨਾਦ ਵਿਨੋਦ ਕੋਡ ਆਨੰਦ, ਤੇ ਇਹਦੇ ਵਿੱਚ ਬਾਬਾ ਜੀ ਹੁਣ ਗੱਲ ਕਰ ਰਹੇ ਹੋਰ ਜੋਗੀਆਂ ਨਾਲ ਵੀ ਨਾ। ਜੋਗੀ ਕਹਿੰਦੇ ਜੇ ਤੁਸੀਂ ਲਿਵ ਲਾ ਕੇ ਸੁਰਤੀ ਲਾ ਕੇ ਬੈਠੋ ਤਾਂ ਤੁਹਾਨੂੰ ਇੱਕ ਨਾਦ ਸੁਣਦਾ ਜਿਹੜਾ ਤੁਹਾਨੂੰ ਅਸਲੀਅਤ ਨਾਲ ਕਨੈਕਟ ਕਰ ਦਿੰਦਾ, ਜਿਹਨੂੰ ਕਹਿੰਦੇ ਨਾਦ ਬ੍ਰਹਮ। ਪਰ ਬਾਬਾ ਜੀ ਕਹਿੰਦੇ ਕਿ ਆ ਜਿਹੜਾ ਗਿਆਨ ਹੈ
ਇਹਦੇ ਨਾਲ ਤੁਸੀਂ ਅਸਲੀਅਤ ਨਾਲ ਕਨੈਕਟ ਹੁੰਨੇ, ਕੋਈ ਹੋਰ ਪਾਸੇ ਜਾ ਕੇ ਇਕੱਲੇ ਬਹਿ ਕੇ ਨਹੀਂ। ਤਿੱਥੇ ਨਾਦ ਵਿਨੋਦ ਕੋਡ ਆਨੰਦ। ਹਾਂਜੀ ਤੁਸੀਂ ਦੱਸੋ ਕੁਛ। ਸਰਮ ਖੰਡ ਕੀ ਬਾਣੀ ਰੂਪ। ਹਾਂਜੀ ਅਮਰ ਜੀ ਕੋਈ ਕमेंट? ਨਹੀਂ ਡਾਕਟਰ ਸਾਹਿਬ, ਵਿਨੋਦ ਕੋਡ ਇਹਦਾ ਕੀ ਨਾਮ ਸਮਝ ਸਕਦੇ ਆਪਾਂ? 2 ਮਿੰਟ ਪਿਛਲੇ ਚ। ਤਿੱਥੇ ਨਾਦ ਵਿਨੋਦ ਕੋਡ ਆਨੰਦ। 2 ਮਿੰਟ ਜੋ ਮੈਂ ਜਿਸ ਤਰ੍ਹਾਂ ਆਪਾਂ ਕਹਿ ਕੇ ਹਟੇ ਨਾ, ਪਹਿਲੀ ਲਾਈਨਾਂ ਨੇ ਇਸ ਪੌੜੀ ਦੀਆਂ ਕਿ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਹਾਂ ਤਿੱਥੇ ਨਾਦ ਵਿਨੋਦ ਕੋਡ ਆਨੰਦ। ਉਹ ਕਨਸੈਪਸ਼ਨ ਹੈ ਨਾ ਯੋਗੀਆਂ ਦਾ ਕਿ ਜਦੋਂ ਤੁਸੀਂ ਉਹ ਸਟੇਜ ਤੇ ਆਉਨੇ ਆ, ਉਹ ਸਤ ਚਿਤ ਆਨੰਦ ਹੁੰਦਾ ਕਿ ਜਦੋਂ ਤੁਹਾਡੀ ਉਹ ਲੱਗਦੀ ਹੈ, ਲਿਵ ਲੱਗ ਜਾਂਦੀ ਹੈ, ਉਹ ਸਤ ਵੀ ਹੁੰਦਾ, ਉਹ ਜੋਇਫੁਲ ਵੀ ਹੁੰਦਾ, ਆਨੰਦ ਵੀ ਹੁੰਦਾ, ਤੇ ਤੁਹਾਡਾ ਚਿੱਤ ਖੁਸ਼ ਹੋ ਜਾਂਦਾ। ਮਤਲਬ ਤੁਸੀਂ ਬਲਿਸ ਦੀ ਸਟੇਟ ਚੁਣੇ। ਤਿੱਥੇ ਨਾਦ ਵਿਨੋਦ ਕੋਡ ਆਨੰਦ। ਤੇ ਉਹਨਾਂ ਨਾਲ ਡਾਇਲੋਗ ਕਰ ਰਹੇ ਨੇ ਕਿ ਜਦੋਂ ਤੁਹਾਨੂੰ ਗਿਆਨ ਹੁੰਦਾ, ਤੁਸੀਂ ਆਪਣੇ ਤਜਰਬੇ ਵੀ ਦੇਖਿਆ ਹੋਣਾ ਕਿ ਜਦੋਂ ਤੁਸੀਂ ਕੋਈ ਮਸਲਾ ਹੱਲ ਕਰ ਲੈਂਦੇ, ਕਿਸੇ ਚੀਜ਼ ਪ੍ਰੋਬਲਮ ਬਾਰੇ ਸੋਚ ਰਹੇ ਆ, ਤਾਂ ਤੁਹਾਨੂੰ ਬੜਾ ਐਕਸਿਲਰੇਸ਼ਨ ਹੁੰਦਾ। ਇਹ ਤਾਂ ਹੈ ਬਿਲਕੁਲ। ਜਿਵੇਂ ਆਰਕਮੀਡੀਜ਼ ਦਾ ਕਹਿੰਦੇ ਆ ਨਾ, ਉਹ ਟੱਬ ਚੋਂ ਨਹਾਉਂਦਾ ਹੀ ਨੱਠਿਆ, ਕਹਿੰਦਾ ਯੂਰੇਕਾ ਯੂਰੇਕਾ ਯੂਰੇਕਾ। ਤੇ ਬਾਬਾ ਜੀ ਪੂਰਾ ਹੀ ਲੌਜਿਕ ਉਹਨਾਂ ਦਾ ਇਹ ਹੈ ਨਾ ਵੀ ਤੁਹਾਨੂੰ ਕਿਤੇ ਬਹਿ ਕੇ ਮੈਡੀਟੇਟ ਕਰਨ ਦੀ ਲੋੜ ਨਹੀਂ ਆ, ਦੁਨੀਆ ਨੂੰ ਸਮਝਣ ਦੀ ਲੋੜ ਹੈ। ਇਹਦੇ ਅਸੂਲਾਂ ਨੂੰ ਸਮਝ ਕੇ ਕਾਰ ਵਿਹਾਰ ਕਰਨ ਦੀ ਲੋੜ ਹੈ। ਤੇ ਉਹਦੇ ਨਾਲ ਫਿਰ ਤੁਹਾਨੂੰ ਜਿਹੜਾ ਗਿਆਨ ਹੈਗਾ, ਤੇ ਗਿਆਨ ਤੇ ਤੁਹਾਡਾ ਜਿਹੜਾ ਕਰਮ ਹੈਗਾ, ਉਸ ਵਿੱਚ ਵੀ ਫਿਰ ਤੁਹਾਨੂੰ ਆਨੰਦ ਆਉਂਦਾ। ਠੀਕ ਹੈ ਜੀ। ਉਹ ਹੈ ਨਾ ਕਿ ਆਨੰਦ ਭਾਇਆ ਮੇਰੀ ਮੋਏ ਸਤਿਗੁਰ ਮੈਂ ਪਾਇਆ। ਹਾਂਜੀ ਠੀਕ ਹੈ ਨਾ। ਡਾਕਟਰ ਸਾਹਿਬ ਇੱਥੇ ਆਪਣੇ ਵੀ ਹੈ, ਜਿੱਦਾਂ ਹੁਣ ਅਸੀਂ ਇੱਥੇ ਡਿਸਕਸ ਕਰ ਰਹੇ ਹਾਂ, ਕੋਈ ਪੁਆਇੰਟ ਨੂੰ ਡਿਸਕਸ ਕਰ ਰਹੇ ਹਾਂ, ਜਦੋਂ ਉਸ ਗੱਲ ਦਾ ਭੇਦ ਖੁੱਲ ਜਾਂਦਾ, ਤੁਹਾਨੂੰ ਸਮਝ ਆ ਜਾਂਦੀ, ਤੁਸੀਂ ਬਿਲਕੁਲ ਐਨ ਤੁਹਾਨੂੰ ਆਨੰਦ ਆ ਜਾਂਦਾ ਕਿ ਆਨੰਦ ਆ ਜਾਂਦਾ, ਸੈਟੀਸਫੈਕਸ਼ਨ ਹੋ ਜਾਂਦੀ ਹੈ। ਉਹੀ ਚੀਜ਼ ਹੈ। ਬਿਲਕੁਲ ਬਿਲਕੁਲ। ਮਤਲਬ ਤੁਸੀਂ ਆਪਣੇ ਤਜਰਬੇ ਤੋਂ ਦੇਖੋ ਨਾ, ਜਦੋਂ ਜਿਵੇਂ ਆਪਾਂ ਇਹ ਪੜ੍ਹਦੇ ਆ ਤੇ ਸੋਚਦੇ ਆ, ਤੇ ਆਪਣੇ ਤਜਰਬੇ ਨਾਲ ਵੀ ਉਹਨੂੰ ਲਾ ਕੇ ਦੇਖੋ ਨਾ, ਉਸ ਤੋਂ ਫਿਰ ਤੁਹਾਨੂੰ ਲੱਗਦਾ ਕਿੰਨੀ ਸੱਚੀ ਗੱਲ ਹੈ। ਬਿਲਕੁਲ। ਜਸਪ੍ਰੀਤ ਤੁਸੀਂ ਕੁਝ ਕਹਿ ਰਹੇ ਸੀ? ਨਹੀਂ ਜੀ। ਅੱਛਾ ਅੱਛਾ। ਮੇਰੀ ਤਾਂ ਇਹ ਥਿੰਕਿੰਗ ਹੈ ਕਿ ਇਹ ਜਦੋਂ ਬਾਣੀ ਪੜ੍ਹਦੇ ਆ ਤਾਂ ਇੱਕ ਤਾਂ ਇਹਦੀ ਲਿਟਰਲ ਟ੍ਰਾਂਸਲੇਸ਼ਨ ਹੈ ਜਿਹੜੀ ਕਿ ਸਾਨੂੰ ਸਮਝਣੀ ਜ਼ਰੂਰੀ ਹੈ, ਤੇ ਉਸ ਤੋਂ ਬਾਅਦ ਉਹਦੀ ਜਦੋਂ ਆਪਾਂ ਐਨਾਲਿਸਿਸ ਕਰਦੇ ਆ ਤਾਂ ਉਹਦੇ ਚ ਮੈਟਾਫੋਰਿਕ ਹੈ ਸਾਰੀ ਦੀ ਸਾਰੀ ਬਾਣੀ। ਬਿਲਕੁਲ ਬਿਲਕੁਲ। ਹਾਂਜੀ, ਸੋ ਇਹਦੇ ਨਾ ਬੜੇ ਲੈਵਲਸ ਹੈ, ਔਰ ਮੈਨੂੰ ਲੱਗਦਾ 2-3 ਵਾਰ ਸੁਣ ਕੇ ਸਮਝ ਆਉਣੀ ਸ਼ੁਰੂ ਹੁੰਦੀ ਆ। ਉਹ ਕਹਿੰਦੇ ਨਾ ਕਿ ਜਿਹੜੀ ਟ੍ਰੈਡੀਸ਼ਨਲ ਆਪਣੇ ਪੰਜਾਬੀ ਹਰਮੇਨਿਊਟਿਕਸ ਹੈਗੀ ਜਾਂ ਇੰਡੀਅਨ ਹਰਮੇਨਿਊਟਿਕਸ ਹੈਗੀ, ਮੀਮਾਂਸਾ, ਉਹ ਕਹਿੰਦੇ ਹਰੇਕ ਚੀਜ਼ ਦੇ ਘੱਟੋ ਘੱਟ 3 ਲੈਵਲ ਹੁੰਦੇ ਆ, ਲੌਕਿਕ, ਦੇਵਿਕ ਤੇ ਯੋਗਿਕ, ਜਿਹੜੀ ਉਹ ਟ੍ਰੈਡੀਸ਼ਨਲ ਹੈਗੀ ਆ। ਤੇ ਮਤਲਬ ਹਰ ਚੀਜ਼ ਦੀਆਂ ਕਈ ਪਰਤਾਂ ਹੁੰਦੀਆਂ, ਤੇ ਇਸ ਕਰਕੇ ਇਕੱਠੇ ਬਹਿ ਕੇ ਜਦੋਂ ਆਪਾਂ ਗੱਲਬਾਤ ਕਰਦੇ ਆ ਨਾ, ਉਦੋਂ ਹੀ ਬਾਹਲੀਆਂ ਪਰਤਾਂ ਖੁੱਲਦੀਆਂ। ਤਾਂ ਹੀ ਐਪਿਸਟੇਮੋਲੋਜੀ ਦਾ ਇੱਕ ਬੁਨਿਆਦੀ ਅਸੂਲ ਮੰਨਿਆ ਗਿਆ ਹੈ ਕਿ ਸਾਧ ਸੰਗਤ ਦੇ ਵਿੱਚ ਹੀ ਅਸਲ 'ਚ ਸੱਚ ਨਿਕਲਦਾ। ਸ਼ਾਹ ਹੁਸੈਨ ਵੀ ਸਾਧ ਸੰਗਤ ਦੀ ਬਹੁਤ ਸਿਫਤ ਕਰਦੇ ਨੇ, ਤੇ ਆਪਣੇ ਸਾਰੇ ਗੁਰੂ ਵੀ ਸੰਗਤ ਦੀ ਬਹੁਤ ਸਿਫਤ ਕਰਦੇ ਨੇ। ਇਸੇ ਕਰਕੇ ਚੱਲੀਏ ਜੀ ਅੱਗੇ, ਹੁਕਮ ਹੈ।
ਹਾਂਜੀ ਹਾਂਜੀ, ਹਾਂਜੀ ਚਲੋ ਜੀ। ਹਾਂਜੀ। सरम खंड की बाणी रूप, तिथे घाड़त कड़िए बहुत अनूप, ता किया गला कथिया न जाए, जो को कहे पीछे पछताए, तिथे घड़िए सुरत मत मन बुद्ध, तिथे घड़िए सुरा सिदा की सुध। हाँ जी, हुण इत्थे की मतलब सरम खंड की बाणी रूप। सरम खंड की बाणी रूप मतलब अपने उद्यम नाल ਜਿਹੜੀ ਬਾਣੀ ਜਿਹੜੀ ਹੈਗੀ ਆ ਉਹਦੀ ਜਿਹੜੀ ਸਮਝ ਹੈਗੀ ਆ ਜਾਂ ਬੰਤਰ ਹੈਗੀ ਆ ਉਹਦਾ ਜਿਹੜਾ ਉਹਦੀ ਜਿਹੜੀ ਬਿਊਟੀ ਹੈਗੀ ਆ ਉਹ ਵੀ ਫਿਰ ਇਸੇ ਤਰ੍ਹਾਂ ਸਮਝ ਆਉਂਦੀ ਆ ਜਿਹੜੀ ਗੱਲ ਹੁਣੇ ਜਸਪ੍ਰੀਤ ਨੇ ਕਹੀ ਨਾ ਕਿ ਜੀ ਇਹ ਜਿਹੜੀ ਇਹ ਪੋਇਟਰੀ ਹੈਗੀ ਆ ਇਹ ਜਿਹੜੀ ਬਾਣੀ ਹੈਗੀ ਆ ਇੱਕ ਤਾਂ ਇਹਦੀ ਬੰਤਰ 'ਚ ਬਹੁਤ ਬਿਊਟੀ ਹੈਗੀ ਆ ਦੂਜੀ ਇਹ ਜਿਹੜੇ ਮੈਟਾਫਰ ਹੈਗੇ ਆ ਉਸ 'ਚ ਆਪਣੀ ਬਿਊਟੀ ਹੈਗੀ ਆ ਤੇ ਤੀਜੇ ਜਿਹੜੇ ਇਹਦੇ ਵਿੱਚ ਭਾਵ ਹੈਗਾ ਜਿਹੜਾ ਇਹਦਾ ਮਾਨਾ ਹੈਗਾ ਅਰਥ ਹੈਗਾ ਉਹਦੀ ਆਪਣੀ ਬਿਊਟੀ ਹੈਗੀ ਹੈ ਪਰ ਇਹ ਤੁਹਾਨੂੰ ਐਫਰਟ ਕਰਨਾ ਪੈਂਦਾ ਸਰਮ ਖੰਡ ਕੀ ਬਾਣੀ ਰੂਪ ਕੋਈ ਕਮੈਂਟ ਜੀ ਇਹ ਕਹਿ ਸਕਦੇ ਆ ਕਿ ਵੀ ਜਿਹੜੀ ਸਰਮਖੰਡ ਦੀ ਬਾਣੀ ਹੈਗੀ ਆ ਉਹਨੂੰ ਸੁਣਨ ਨੂੰ ਜਿਹੜੀ ਉਹਦੀ ਜ਼ੁਬਾਨ ਆ ਉਹ ਤੁਹਾਨੂੰ ਐਫਰਟ ਕਰਨਾ ਪੈਂਦਾ ਬਿਲਕੁਲ ਬਿਲਕੁਲ ਐਫਰਟ ਨਾਲ ਹੀ ਹਾਂ ਤੇ ਉਹਦੀ ਬਾਣੀ ਤੁਸੀਂ ਸਮਝ ਸਕਦੇ ਹੋ ਹਾਂਜੀ ਉਹਦੀ ਜਿਹੜੀ ਲੈਂਗੁਏਜ ਹੈਗੀ ਹੈ ਜੀ 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 ਉਹ ਐਪਿਸਟੇਮੋਲੋਜੀ ਦਾ ਇੱਕ ਬੁਨਿਆਦੀ ਅਸੂਲ ਹੈ ਨਾ ਕਿ ਅੰਡਰਸਟੈਂਡਿੰਗ ਰਿਕੁਆਇਰਸ conscious participation of the individual. It is an act of finding out. ਜੇ ਤੁਹਾਡਾ ਕੌਨਸ਼ੀਅਸ ਪਾਰਟਿਸਿਪੇਸ਼ਨ ਹੈ ਨਹੀਂ ਤਾਂ ਉਹਦੀ ਪਰਤ ਖੁੱਲਦੀ ਨਹੀਂ ਹੈ ਹੁਣ ਆਪਾਂ ਇਹੀ ਗੱਲਾਂ ਜਾ ਕੇ ਉੱਥੇ ਗੁਰਦੁਆਰੇ ਪੂਰੀ ਜ਼ਿੰਦਗੀ ਭਰ ਸੁਣਦੇ ਰਹੀਦਾ ਪਰ ਉੱਥੇ ਆਪਾਂ ਕੋਈ ਐਫਰਟ ਨਹੀਂ ਕਰਦੇ ਵੀ ਇਹ ਕਿਹਾ ਕੀ ਜਾ ਰਿਹਾ ਤੇ ਜਦੋਂ ਇਹ ਤੁਹਾਡੀ ਬਿਲਕੁਲ ਗੱਲ ਸੱਚੀ ਹੈਗੀ ਆ ਉੱਥੇ ਅਸੀਂ ਸਮਝਦੇ ਕਿ ਹਾਜ਼ਰੀ ਹੋ ਗਈ that is the ultimate ਅਸੀਂ ਉੱਥੇ ਜਾ ਕੇ ਇਨ ਡੈਪਥ ਨਹੀਂ ਯੂ ਵੈਰੀ ਰਾਈਟ ਅਬਾਊਟ that ਨਹੀਂ ਬਲਕਿ ਜਿਹੜੇ ਭਾਈ ਹੁੰਦੇ ਆ ਜਾਂ ਰਾਗੀ ਹੁੰਦੇ ਉਹਨਾਂ ਨੂੰ ਆਪ ਨਹੀਂ ਪਤਾ ਹੁੰਦਾ ਕਿ ਮਤਲਬ ਕੀ ਆ they just go through the motions ਕਿਉਂਕਿ ਉਹ ਉਹਨਾਂ ਦਾ profession ਜਸਪਾਲ ਸਾਹਿਬ ਉੱਥੇ ਤਾਂ ਸਵਾਬ ਵਾਲਾ ਰੱਫੜ ਖੜਾ ਹੋਇਆ ਹੁੰਦਾ ਨਹੀਂ ਸਵਾਬ ਘੁਮਾਉਣਾ ਔਰ ਉਹਦਾ ਪੋਜ਼ਿਟਿਵ ਐਸਪੈਕਟ ਇਹ ਹੈਗਾ ਕਿ ਘੱਟੋ ਘੱਟ ਉਹਨਾਂ ਨੇ ਜਿਹੜੀ ਇਹ ਬਾਣੀ ਨੂੰ ਪ੍ਰੀਜ਼ਰਵ ਤਾਂ ਕਰ ਲਿਆ ਨਹੀਂ ਤਾਂ ਪਤਾ ਨਹੀਂ ਕਿੱਥੇ ਗੁਆਚ ਜਾਣੀ ਸੀ ਇਹ ਚਲਿਏ ਜੀ ਅੱਗੇ ਸਰਮ ਖੰਡ ਕੀ ਬਾਣੀ ਰੂਪ ਠੀਕ ਹੈ ਜੀ ਕੋਈ ਇਹਦੇ ਬਾਰੇ ਕੋਈ ਸਵਾਲ ਜਿੱਥੇ ਘਾੜਤ ਘੜੀਏ ਬਹੁਤ ਨਾ ਤੇ ਮਤਲਬ ਇਹਦੇ ਵਿੱਚ ਹੁਣ ਬਹੁਤ ਜਿਹੜੀ ਪੋਇਟਿਕਸ ਦੀ ਥਿਉਰੀ ਵੀ ਆ ਜਾਂਦੀ ਕਿ ਆਪਣੇ ਜਿਹੜਾ ਹੈ ਐਫਰਟ ਨਾਲ ਸ਼ਰਮ ਨਾਲ ਬਹੁਤ ਤਰ੍ਹਾਂ ਦੀ ਜਿਹੜੀ ਬਿਊਟੀ ਹੈ ਉਹ ਪੋਇਟਰੀ 'ਚ ਜਾਂ ਕ੍ਰੀਏਟੀਵਿਟੀ ਨਾਲ ਬੰਦਾ ਘੜ ਲੈਂਦਾ ਇੱਥੇ ਘਾੜਤ ਘੜੀਏ ਬਹੁਤ ਅਨੂਪ ਬਹੁਤ ਤਰ੍ਹਾਂ ਦੀ ਬਿਊਟੀ ਤਾਂ ਕੀਆ ਗਲਾ ਕਥੀਆ ਨਾ ਜਾਏ ਮਤਲਬ ਇਹਨਾਂ ਦਾ ਕੋਈ ਸਾਰ ਨਹੀਂ ਹੈ ਤੇ ਨਾ ਇਹ ਡਿਸਕ੍ਰਾਈਬ ਕੀਤੀਆਂ ਜਾ ਸਕਦੀ ਇਹਨਾਂ ਦੀ ਜਿਹੜੀ ਮਲਟੀਪਲਿਸਿਟੀ ਤੇ ਵੈਰਾਈਟੀ ਹੈ ਸੋ ਕੋ ਕਹੇ ਪਿੱਛੇ ਪਛਤਾ ਹੈ
ਜਿਹੜਾ ਕਹਿੰਦਾ ਕਿ ਜੀ ਇਹ ਇੰਜ ਹੈ, ਪਰ ਉਹ ਪੂਰੀ ਗੱਲ ਨਹੀਂ ਹੁੰਦੀ, ਇਸ ਕਰਕੇ ਪਿੱਛੇ ਪਛਤਾਉਂਦਾ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਕਿ ਇਸੇ ਤਰ੍ਹਾਂ ਸ਼ਰਮ ਨਾਲ ਹੀ ਆਪਣੇ ਐਫਰਟ ਨਾਲ ਆਪਾਂ ਕਈ ਤਰ੍ਹਾਂ ਦੇ ਵਿਊਜ਼ ਆਪਣੀ ਉਹ ਸੋਚ ਬਣਾ ਦਿੰਦੇ ਆ ਅੱਡ ਅੱਡ ਚੀਜ਼ਾਂ ਬਾਰੇ, ਦੁਨੀਆ ਬਾਰੇ, ਹਕੀਕਤ ਬਾਰੇ। ਇੱਥੇ ਘੜੀਏ ਸੁਰਾ ਸਿਦਾ ਕੀ ਸਦ, ਤੇ ਇਸੇ ਤਰ੍ਹਾਂ ਸਾਰੀ ਦੁਨੀਆ ਦੇ ਵਜੂਦ ਬਾਰੇ ਆ ਜਿਹੜੇ ਹੈਗੇ ਆਪਣੇ ਸੁਰਾ, ਜਿਹੜੇ ਲੋਕ ਘੜਦੇ ਕਿ ਜੀ ਬਹੁਤ ਵੱਡੇ ਸਪਿਰਿਚੁਅਲ ਵਾਰੀਅਰ ਹੈਗੇ, ਤੇ ਉਹਨਾਂ ਦੀ ਕੀ ਸੁਧ ਸੀਗੀ, ਉਹਨਾਂ ਦੇ ਕੀ ਜਿਹੜੇ ਸਿੱਧ ਸੀਗੇ, ਉਹਨਾਂ ਦੀ ਉਹ ਪਰਫੈਕਟ ਬੰਦੇ ਇਸ ਕਰਕੇ ਸੀ, ਜਾਂ ਉਹਨਾਂ ਦੀ ਸੋਚ ਜਿਹੜੀ ਪਰਫੈਕਟ ਸੀਗੀ। ਤੇ ਉਹ ਸਾਰੇ ਜਿਹੜੇ ਕਨਸੈਪਸ਼ਨ ਹੈ ਨਾ, ਇਹ ਬੰਦਾ ਆਪਣੇ ਐਫਰਟ ਨਾਲ, ਆਪਣੀ ਇੰਟੈਂਸ਼ਨ ਨਾਲ ਹੀ ਕਰਦਾ। ਠੀਕ ਹੈ ਜੀ। ਹਾਂਜੀ, ਹਾਂਜੀ ਬਹੁਤ ਵਧੀਆ ਜੀ। ਇਹ ਉਹੀ ਗੱਲ ਹੋਈ ਨਾ ਕਿ ਜਿੰਨਾ ਤੁਸੀਂ ਐਫਰਟਫੁਲੀ ਕੌਨਸ਼ੀਅਸਲੀ ਇਸ ਚੀਜ਼ ਨੂੰ ਐਕਸਪਲੋਰ ਕਰੀ ਜਾਓਗੇ, ਅੱਗੇ ਤੋਂ ਹੋਰ ਪਰਤਾਂ ਤੁਹਾਨੂੰ ਲੱਭਦੀਆਂ ਜਾਣਗੀਆਂ। ਬਿਲਕੁਲ ਬਿਲਕੁਲ। ਤੇ ਜਿਹੜਾ ਵੀ ਕੋਈ ਗ੍ਰੇਟ ਲਿਟਰੇਚਰ ਹੁੰਦਾ, ਉਸ ਤੁਸੀਂ ਇੱਕ ਗੱਲ ਨੋਟ ਕਰੋਗੇ ਕਿ ਤੁਸੀਂ ਜਿੰਨੀ ਵਾਰ ਉਹਨੂੰ ਸੀਰੀਅਸਲੀ ਪੜ੍ਹੋ ਤੇ ਬੈਠ ਕੇ ਗੱਲਬਾਤ ਕਰੋ, ਕੋਈ ਨਾ ਕੋਈ ਗੱਲ ਹਮੇਸ਼ਾ ਨਵੀਂ ਨਿਕਲਦੀ ਹੈ। ਇਹ ਤਾਂ ਹੈ, ਬਿਲਕੁਲ। ਹੁਣ ਜਿੱਕੂ ਮੈਂ ਤੇ ਮਨਜ਼ੂਰ ਸਾਹਿਬ, ਜਪਜੀ ਸਾਹਿਬ, ਅਸੀਂ ਘੱਟੋ ਘੱਟ 25-30 ਸਾਲਾਂ ਤੋਂ ਡਿਸਕਸ ਕਰ ਰਹੇ ਹਾਂ ਆਪਸ ਚ। ਅੱਛਾ ਜੀ। ਹਾਂਜੀ, ਬਲਕਿ ਮੈਂ ਇਹਨਾਂ ਦੀ ਟਾਕ ਵੀ ਕਰਾਈ ਸੀ ਹਾਰਵਰਡ ਚ 97 ਜਾਂ 98 ਚ, ਇਸੇ ਤਰ੍ਹਾਂ। ਤੇ ਇਹ ਦੇਖ ਲਓ ਸਾਡੀਆਂ ਗੱਲਾਂ ਚੱਲਦੀਆਂ, ਪਰ ਜਪਜੀ ਸਾਹਿਬ ਬਾਰੇ ਕੋਈ ਨਾ ਕੋਈ ਨਵੀਂ ਗੱਲ ਸੋਚਦੀ ਰਹਿੰਦੀ ਹੈ। ਹਰ ਵਾਰੀ ਨਵੀਂ ਹੁੰਦੀ ਹੈ, ਹਰ ਵਾਰੀ ਨਵੀਂ ਹੁੰਦੀ ਹੈ। ਹਾਂਜੀ। ਲਓ ਜੀ, ਮੈਂ ਕਿਹੜੀ? ਡਾਕਟਰ ਸਾਹਿਬ ਯਾਦ ਹੈ ਉਹ ਹਾਰਵਰਡ ਵਾਲੀ ਟਾਕ? ਬਾਬਾ ਬਿਲਕੁਲ ਨਾਨਕ ਯਾਦ ਦੇ ਹੈ, ਬਿਲਕੁਲ ਯਾਦ ਹੈ। ਆਪਣਾ ਮੈਂ ਹੁਣ ਵਿਹਲਾ ਹੋ ਗਿਆ ਤੇ ਹਾਂਜੀ, ਤੇ ਅਸੀਂ 36 ਤਾਂ ਹੀ ਕਰਤੀਆਂ। ਹੁਣ ਹਾਂਜੀ, ਮੈਂ ਕਿ ਚਲੋ ਆਪਾਂ ਇੱਕ ਹਾਂ, ਜਿਹੜੀ ਚਲੋ ਅਗਲੀ ਵੀ ਕਰੋ ਨਾ। ਇੱਕ ਜਿਹੜੀ ਇੱਕ ਜਿਹੜੀ ਹੈਗੀ ਜੀ, ਤੂੰ ਕਹ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਹੀ ਇਜ਼ ਵੈਰੀ ਸ਼ਾਰਪਨ, ਕਿ ਅਸੀਂ ਆਪਣੀ ਕੌਨਸ਼ੀਅਸਨੈਸ, ਆਪਣੀ ਨੌਲੇਜ, ਆਪਣੇ ਮਾਈਂਡ ਨੂੰ ਸ਼ਾਰਪਨ ਕਰਦੇ ਘੜੀਏ, ਨਾਟ ਕਿ ਵੀ ਕ੍ਰੀਏਟ ਕਰਦੇ ਹਾਂ, ਕਿ ਪਰ ਸ਼ਾਰਪਨ ਕਰਦੇ ਹਾਂ। ਇੱਥੇ ਤਿੱਥੇ ਘੜੀਏ ਸੁਰਾ ਸਿਧਾ ਕੀ ਸੁਧ, ਸੁਰਤ ਮਤ, ਇੱਥੇ ਜਿਹੜਾ ਆਪਣਾ ਗੁਟਕੇ ਚ ਲਿਖਿਆ ਹੁੰਦਾ ਸੁਰਤ ਮਤ ਮਨ ਬੁੱਧ। ਸੁਰਤ ਕੌਨਸ਼ੀਅਸਨੈਸ ਨਾ ਹੋਏ, ਨਹੀਂ, ਤਿੱਥੇ ਘੜੀਏ ਸਰਾ ਨਾ ਸੁਰਾ ਸਿਧਾ ਕੀ ਸੁਧ। ਇਹ ਤੋਂ ਉੱਪਰਲੀ ਲਾਈਨ ਜਿਹੜੀ ਹੈ ਜੀ, ਇਹ ਤੋਂ ਅੱਛਾ, ਇਹ ਉੱਪਰਲੀ ਉੱਪਰ ਲਾਈਨ। ਲਿਖਿਆ ਨਾ, ਘੜੀਏ ਸੁਰਤ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਮਤ ਮਨ ਹਾਂ। ਬੁੱਧ। ਹਾਂ, ਤੁਸੀਂ ਇਹ ਦੇਖੋ ਨਾ, ਜਿਹੜੇ ਹੈਗੇ ਆ ਇਹ ਤਿੰਨੋਂ ਕਨਸੈਪਸ਼ਨ ਹੈਗੇ ਆ, ਚਾਰੋਂ ਮੰਨ ਲਓ, ਸੁਰਤ, ਮਤ, ਮਨ ਤੇ ਬੁੱਧ। ਦੇਖੋ ਨਾ, ਮਨ ਨੂੰ ਤਾਂ ਕਈ ਵਾਰ ਬੰਦੇ ਕਹਿੰਦੇ ਆ ਕਿ ਇਹ ਹੈਗਾ, ਮਨ ਨੂੰ ਦੋਹਾਂ ਚੀਜ਼ਾਂ ਚ ਲੈ ਲੈਂਦੇ ਆ, ਦਿਮਾਗ ਤੇ ਦਿਲ ਦੋਹੇ। ਠੀਕ ਹੈ ਨਾ। ਤੇ ਬੁੱਧ ਜਿਹੜੀ ਹੈਗੀ ਆ, ਇਹ ਹੈ ਵਿਜ਼ਡਮ ਦੇ ਉਸ ਚ। ਨੌਲੇਜ ਔਰ ਵਿਜ਼ਡਮ। ਹਾਂ, ਠੀਕ ਹੈ ਨਾ ਜੀ, ਵਿਜ਼ਡਮ ਦੇ ਵਿੱਚ। ਤੇ ਜਿਹੜੀ ਮਤ ਹੈਗੀ ਆ, ਮਤ ਦਾ ਆਮ ਤੌਰ ਤੇ ਰੈਸ਼ਨੈਲਿਟੀ ਹੋ ਗਈ ਨਾ, ਰੈਸ਼ਨੈਲਿਟੀ ਹੋ ਗਈ। ਬਿਲਕੁਲ। ਮਤ ਸੁਰਤ ਤੇ ਸਮਝ ਲਓ ਕਿ ਤੁਸੀਂ ਇਹ ਬੰਦੇ ਦੀ ਸਮਝ ਦੀਆਂ ਪੌੜੀਆਂ ਨੇ, ਪੌੜੀਆਂ ਨੇ। ਐਗਜ਼ੈਕਟਲੀ। ਸੁਰਤ, ਮਤ, ਮਨ ਤੇ ਬੁੱਧ, ਇਹ ਇੱਕ ਤਰੀਕੇ ਨਾਲ 4 ਪੌੜੀਆਂ ਨੇ ਜਿਹੜੀਆਂ ਘੜੀਆਂ ਜਾਂਦੀਆਂ ਨੇ। ਹਾਂ,
ਜਾਂ ਕੜਕ ਹੁੰਦੀਆਂ ਨੇ, ਹਾਂ ਲੇਕਿਨ ਮਤਲਬ ਇਹਦੇ ਤੁਸੀਂ ਤੇ ਪਰਸੈਪਚੁਅਲ ਨੌਲੇਜ ਤੋਂ ਕਨਸੈਪਚੁਅਲ ਨੌਲੇਜ ਤਾਈਂ ਕਿਵੇਂ ਜਾਂਦੇ? ਕਿਵੇਂ ਜਾਣਾ ਹੈ। ਬਿਲਕੁਲ ਬਿਲਕੁਲ ਬਿਲਕੁਲ, ਇਹ ਹੈ ਇਹਦੀ ਅਸਲ ਗੱਲ। ਅਸਲ ਗੱਲ ਇਹਦੇ ਵਿੱਚ ਇਹ ਵੀ ਲੁਕਿਆ ਹੈ ਕਿ ਤੁਸੀਂ ਪਰਸੈਪਚੁਅਲ ਨੌਲੇਜ ਤੋਂ ਬਗੈਰ ਤੁਸੀਂ ਜਿਹੜੀ ਹੈ ਉਹ ਬੁੱਧੀ ਤੱਕ ਨਹੀਂ ਪਹੁੰਚ ਸਕਦੇ। ਪਹੁੰਚ ਹੀ ਨਹੀਂ ਸਕਦੇ। ਤੇ ਜਿਹੜੀ ਪਰਸੈਪਚੁਅਲ ਨੌਲੇਜ ਹੈ ਉਹ ਜਿਹੜੀ ਹੈ ਹਵਾਸਾਂ ਦੇ ਨਾਲ ਜੁੜੀ ਹੋਈ ਹੈ, ਉਹ ਤੋਂ ਬਿਨਾਂ ਨਹੀਂ ਆ ਸਕਦੀ। ਉਹ ਤੋਂ ਬਿਨਾਂ ਨਹੀਂ ਆ ਸਕਦੀ। ਹਾਂਜੀ ਅੱਛਾ ਚਲੋ ਮੈਂ ਅਗਲੀ ਪੜ੍ਹਨਾ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾ ਬਲ ਸੋਰ, ਤਨ में राम ਰਿਹਾ भरपूर, तिथे सीतो सीता महामा, ताके रूप न कथने जा, ना ओ मरा न ठागे जा, जिनके राम बसे मन मा, तिथे भक्त बसा के लो, करा आनंद सच्चा मन सो, सच खंड वसे निरंकार, कर कर वेखे नजर निहाल, तिथे खंड मंडल वर भंड, जेको कथे ते अंत न अंत, तिथे लो आकार, जो हुक्म तिवे तिवकार, वेखे विगसे कर विचार, नानक कथना करड़ा सार। ਇਹ ਹੁਣ ਤੁਸੀਂ ਦੇਖੋ ਕਿ ਪਹਿਲੇ ਹੋਈ ਧਰਮ, ਪਹਿਲੇ ਕੀ ਸੀ? ਪਹਿਲੇ ਸਭ ਤੋਂ ਧਰਮ ਦੀ, ਫਿਰ ਗਿਆਨ ਹਾਂ ਦੀ, ਧਰਮ ਖੰਡ ਕੀ, ਤੇ ਹੁਣ ਆ ਗਈ ਕਰਮ ਖੰਡ ਕੀ। ਹਾਂ ਇਹ ਹੁਣ ਜਿਹੜੀ ਹੈ ਇਹ ਯਾਨੀ ਇਹ ਉਹਨਾਂ ਤੋਂ ਉਤਲਾ ਦਰਜਾ ਹੈ, ਦਰਜਾਵਾਰ ਦੱਸ ਰਹੇ ਨੇ। ਕਰਮ ਖੰਡ ਕੀ ਬਾਣੀ ਜੋਰ, ਜਿਹੜਾ ਕਰਮ ਖੰਡ ਹੈ ਯਾਨੀ ਜਿਹੜੀ ਕਰਤ ਦਾ ਜਿਹੜਾ ਮਹਿਕਮਾ ਹੈ, ਉਹਦੀ ਜਿਹੜੀ ਬਾਣੀ ਹੈ, ਉਹਦੀ ਜਿਹੜੀ ਜ਼ਬਾਨ ਹੈ, ਉਹਦਾ ਜਿਹੜਾ ਐਕਸਪ੍ਰੈਸ਼ਨ ਹੈ, ਹਾਂ ਉਹਦਾ ਐਕਸਪ੍ਰੈਸ਼ਨ ਹੈ। ਜੋਰ ਮਤਲਬ ਤਾਕਤ, ਇਖਤਿਆਰ ਬਲਕਿ ਜ਼ਿਆਦਾ ਇਹਦਾ ਮਤਲਬ ਹੁੰਦਾ ਹੈ। ਤਿੱਥੇ ਹੋਰ ਨਾ ਕੋਈ ਹੋਰ, ਯਾਨੀ ਉੱਥੇ ਜਿਹੜੀ ਜਿੱਥੇ ਜ਼ੋਰ ਦੀ ਬਾਣੀ ਹੈ, ਇਖਤਿਆਰ ਦੀ ਬਾਣੀ ਹੈ, ਉੱਥੇ ਕੋਈ ਹੋਰ ਨਹੀਂ ਹੋ ਸਕਦਾ। ਐਕਸ਼ਨ ਦੀ ਰਿਪਲੇਸਮੈਂਟ ਨਹੀਂ ਹੈ ਕੋਈ। ਹਾਂਜੀ, ਕੋਈ ਰਿਪਲੇਸਮੈਂਟ ਨਹੀਂ ਹੈ। ਜਿੱਥੇ ਜੋਧ ਮਹਾਬਲ ਸੋਰ, ਜਿੱਥੇ ਯੋਧੇ ਯਾਨੀ ਜੰਗਜੂ ਤੇ ਬੜੇ ਬੜੇ ਬਹਾਦਰ ਤੇ ਸੂਰਮੇ ਹੁੰਦੇ ਨੇ, ਤਨ ਮੇ ਰਾਮ ਰਿਹਾ ਭਰਪੂਰ, ਉਹ ਤਨ, ਉਸ ਤਨ ਦੇ ਵਿੱਚ ਰਾਮ ਜਿਹੜਾ ਉਹ ਭਰਪੂਰ ਰਹਿੰਦਾ ਹੈ। ਯਾਨੀ ਜਿਹੜਾ ਰਾਮ, ਇੱਥੇ ਤੁਸੀਂ ਸਮਝ ਲਓ ਕਿ ਜਿਹੜਾ ਰਾਮ ਹੈ ਉਹ ਜ਼ੋਰ ਦੀ ਅਲਾਮਤ ਹੈ, ਜ਼ੋਰ ਦੀ ਬਾਣੀ ਹੈ। ਉਹ ਰਮਿਆ ਹੋਇਆ ਇਸੇ ਵਿੱਚ। ਹਾਂਜੀ, ਤੇ ਤਥੇ ਸੀਤੋ ਸੀਤਾ ਮਾ, ਤੇ ਉਹ ਹਾਂਜੀ ਚਲੋ ਕਰੋ ਜਸਪਾਲ ਜੀ। ਕਿ ਇਹ ਜਿਹੜਾ ਰਮਿਆ ਹੋਇਆ ਜ਼ੋਰ ਹੈ ਨਾ ਐਕਸ਼ਨ ਦਾ, ਇਹਦੇ ਨਾਲ ਹੀ ਬਹੁਤ ਤਰ੍ਹਾਂ ਦੀਆਂ ਸੀਤਾ ਹੈਗੀਆਂ। ਬਿਲਕੁਲ, ਨੇਕ ਰੂਹਾਂ, ਨੇਕ। ਹਾਂ, ਤੇ ਉਹ ਹੁਣ ਸੀਤਾ ਕੌਣ ਹੈਗੀਆਂ? ਤਾਕੇ ਰੂਪ ਨਾ ਕਥਨੇ ਜਾ, ਜਿਨ੍ਹਾਂ ਦੇ ਰੂਪ ਦੀ ਕਹਾਣੀ ਬਿਆਨ ਨਹੀਂ ਹੋ ਸਕਦੀ, ਨਹੀਂ ਕੀਤੀ ਜਾ ਸਕਦੀ। ਨਾ ਉਹ ਮਰਾ ਨਾ ਠਾਗੇ ਜਾ, ਨਾ ਉਹ ਜਿਹੜੀ ਹਕੀਕਤ ਹੈ ਉਹ ਨਾ ਮਰਦੀ ਹੈ, ਨਾ ਹੀ ਉਹਨੂੰ ਠੱਗਿਆ ਜਾ ਸਕਦਾ ਹੈ। ਜਿਨਕੇ ਰਾਮ ਵਸੇ ਮਨ ਮਾ, ਜਿਨ੍ਹਾਂ ਦੇ ਮਨ ਵਿੱਚ ਰਾਮ, ਜਿੱਥੇ ਜਿਵੇਂ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ, ਰਾਮ ਜਿਹੜਾ ਜੋਰ ਦੀ ਬਾਣੀ ਹੈ, ਰਮਿਆ ਹੋਇਆ। ਹਾਂਜੀ, ਤਿੱਥੇ ਭਗਤ ਬਸਾ ਕੇ ਲੋ। ਅੱਛਾ, ਤਿੱਥੇ ਭਗਤ ਵਸਾ ਕੇ
ਲੋਏ ਅੱਛਾ ਹਾਂਜੀ। ਅਹ, ਉਹ ਤਿੱਥੇ ਭਗਤ ਵਸਾ ਕੇ ਲੋ, ਉੱਥੇ ਕੋਈ ਉਹਨੂੰ ਬੁਲਾ ਨਹੀਂ ਸਕਦਾ, ਹਾਂ ਉਹਨੂੰ ਪੁੱਠੇ ਰਾਹ ਨਹੀਂ ਲਾ ਸਕਦਾ। ਹਾਂ, ਮਤਲਬ ਉਹ ਜਿਹੜੇ ਭਗਤ ਹੈ ਜਿਹੜੇ ਵਿੱਚ ਰਮੇ ਹੋਏ ਆ, ਹਾਂਜੀ ਉਹਨਾਂ ਨੂੰ ਕੋਈ ਪੁੱਠੇ ਪਾਸੇ ਨਹੀਂ ਲਾ ਸਕਦਾ। ਹਾਂਜੀ, ਕਰਾ ਆਨੰਦ ਸੱਚਾ ਮਨ ਸੋ, ਉਹਨਾਂ ਦੇ ਮਨ ਜਿਹੜੇ ਨੇ ਉਹ ਆਨੰਦ ਕਰਦੇ ਨੇ, ਹਾਂ ਆਨੰਦ ਆਉਂਦਾ ਫਿਰ ਫਿਰ ਪੂਰਾ। ਉਹਨਾਂ ਨੂੰ ਉਹ ਆਨੰਦ ਚ ਰਹਿੰਦੇ ਨੇ। ਹਾਂ ਅਮਰ ਜੀ, ਇਹੀ ਜਿਹੜੀ ਗੱਲ ਆਪਾਂ ਪਹਿਲਾਂ ਕਰ ਰਹੇ ਸੀ। ਹਾਂਜੀ, ਅੱਛਾ ਇੱਕ ਵਾਰ ਦੱਸੋ, ਰਮੇ ਹੋਏ ਦਾ ਕੀ ਮਤਲਬ? ਰਮੇ ਹੋਏ ਇਨਵੋਲਵਡ? ਨਹੀਂ ਨਹੀਂ, ਬਿਲਕੁਲ ਰਮਿਆ ਹੋਇਆ, Absorbed. ਰਚਿਆ ਹੋਇਆ। ਨਹੀਂ, ਅਬਜ਼ਾਰਬਡ, ਅਬਜ਼ੌਰਬ, ਯੈਸ, ਐਬਜ਼ੌਰਬਡ, ਠੀਕ ਹੈ। ਇੱਕ ਮਿਕ ਹੋਇਆ ਹੋਇਆ। ਇੱਕ ਮਿਕ ਹੋਇਆ, ਜਿਹਨੂੰ ਅੰਗਰੇਜ਼ੀ ਚ ਕਹਿੰਦੇ ਇਮੀਨੈਂਟ। ਹਾਂਜੀ ਬਿਲਕੁਲ। ਸੱਚਖੰਡ ਵਸੇ ਨਿਰੰਕਾਰ, ਹਾਂ ਹਾਂ ਮਤਲਬ ਨਿਰੰਕਾਰ ਜਿਹਦੇ ਚ ਕੋਈ ਐਬ ਨਹੀਂ ਹੁੰਦਾ, ਤੇ ਇਹ ਜਿਹੜਾ ਸੱਚ ਦਾ ਖੰਡ ਹੈ ਉਹ ਹਮੇਸ਼ਾ ਬਿਨਾਂ ਐਬ ਦੇ ਰਹਿੰਦਾ ਹੈ। ਕਰ ਵੇਖੇ ਨਜ਼ਰ ਨਿਹਾਲ, ਤੇ ਉਹ ਜਿਵੇਂ ਜਿਵੇਂ ਉਹ ਉਹਨੂੰ ਕਰਦਾ ਹੈ ਉਵੇਂ ਉਵੇਂ ਉਹਦੀ ਨਜ਼ਰ ਜਿਹੜੀ ਹੈ ਉਹ ਖੁਸ਼ੀ ਪਾਉਂਦੀ ਹੈ। ਹਾਂ ਤਿੱਥੇ ਖੰਡ ਮੰਡਲ ਦਰ ਵਰ ਭੰਡ, ਤੇ ਉੱਥੇ ਜਿਹੜਾ ਮਹਿਕਮਾ ਹੈ ਉਹ ਖਜ਼ਾਨਾ ਹੈ, ਠੀਕ ਜੀ। ਜੀ, ਜਿੱਥੇ ਕੋ ਕਥੇ ਨਾ ਅੰਤ ਨਾ ਅੰਤ, ਉਹਦੀ ਕਹਾਣੀ ਕਥਨੀ ਜਿਹੜੀ ਹੈ, ਉਹਨੂੰ ਜਿਹੜਾ ਲਿਖਣਾ ਹੈ ਉਹਦਾ ਕੋਈ ਅੰਤ ਨਹੀਂ ਹੈਗਾ। ਇਹਦੇ ਵਿੱਚ ਤੁਸੀਂ ਦੇਖੋ ਥਰੂ ਬਾਬਾ ਜੀ ਜਿਹੜੇ ਨੇ ਉਹ ਅਸੀਂ ਹੁਣ ਕਾਫੀ ਇਹਨੂੰ ਪੜ੍ਹਿਆ ਹੈ, ਤੇ ਤੁਸੀਂ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਹੈ ਕਿ ਜਿਹੜੀ ਯੂਨੀਵਰਸਲ ਲਾ ਹੈ ਉਹਨੂੰ ਜ਼ਬਾਨ ਦੇ ਵਿੱਚ ਕਥਨਾ ਮੁਮਕਿਨ ਨਹੀਂ ਹੈਗਾ। ਬਿਲਕੁਲ, ਉਹ ਉਹਨੂੰ ਐਕਸਪੀਰੀਅੰਸ ਕਰਨਾ ਹੈ। ਹਾਂ ਮਤਲਬ ਇਹ ਨਾ ਸਮਝੋ ਕਿ ਤੁਸੀਂ 10 ਵਾਰੀ ਜੇ ਪੜ੍ਹ ਲਿਆ ਜਪ ਜੀ ਤੇ ਉਹਦਾ ਤੁਹਾਨੂੰ ਸਵਾਬ ਹੋ ਗਿਆ, ਜਾਂ ਤੁਹਾਨੂੰ ਉਹਦੇ ਸਮਝ ਆ ਜਾਏਗੀ 10 ਵਾਰੀ ਪੜ੍ਹਨਾ, ਬਿਲਕੁਲ। ਕਿਉਂਕਿ ਉਹ ਸਿਰਫ ਲਫ਼ਜ਼ ਨੇ, ਤੇ ਜਿਹੜੀ ਉਹ ਹਕੀਕਤ ਨੂੰ ਬਿਆਨ ਕਰਦੇ ਲਫ਼ਜ਼ ਨੇ, ਅਸਲ 'ਚ ਉਹਨੂੰ ਐਕਸਪੀਰੀਅੰਸ ਕਰਨਾ ਹੈ। ਹਾਂ, ਇਹ ਗੱਲ ਹੈ। ਤੇ ਮਤਲਬ ਹੁਣ ਜਦੋਂ ਅਸੀਂ ਇਹ ਬਾਬੇ ਜੀ ਦੀ ਬਾਣੀ ਵੀ ਪੜ੍ਹ ਰਹੇ ਹਾਂ, ਤੇ ਇਹ ਬਾਣੀ ਵੀ ਲਫ਼ਜ਼ ਨੇ, ਬਿਲਕੁਲ। ਤੇ ਲੇਕਿਨ ਇਹ ਜਿਸ ਪਾਸੇ ਇਸ਼ਾਰਾ ਕਰ ਰਹੇ ਨੇ, ਜੋ ਤੁਹਾਨੂੰ ਐਕਸਪੀਰੀਅੰਸ ਕਰਾਉਣਾ ਚਾਹੁੰਦੇ ਨੇ, ਜੇ ਉਹ ਤੁਸੀਂ ਐਕਸਪੀਰੀਅੰਸ ਨਹੀਂ ਕਰਦੇ ਤੇ ਫਿਰ ਤੁਹਾਡਾ ਪੜਿਆ ਨਾ ਪੜਿਆ ਇੱਕ ਹੀ ਬਰਾਬਰ। ਕਿਉਂਕਿ ਦੇਖੋ ਇਹਦੀ ਜਿਹੜੀ ਮੁਸਲਮਾਨਾਂ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਜੇ ਤੁਸੀਂ ਪੂਰਾ ਕੁਰਾਨ ਪੜ੍ਹ ਲਓ ਤੇ 10 ਵਾਰੀ ਪੜ੍ਹ ਲਓ ਤੇ ਇੰਨਾ ਸਵਾਬ ਮਿਲਦਾ ਹੈ। ਤੇ ਇਹ ਮੇਰੇ ਖਿਆਲ ਹੈ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਚ ਵੀ ਹੈ। ਉਹ ਜਦੋਂ ਆਪਣਾ ਮੈਂ ਪਹਿਲੀ ਵਾਰੀ ਅਮਰੀਕਾ ਆਇਆ ਤੇ ਉਦੋਂ ਸਾਡੇ ਨਾਲ ਇੱਕ ਸਿੱਖ ਫੈਮਿਲੀ ਸ਼ੇਅਰ ਕਰ ਰਹੀ ਸੀ ਅਪਾਰਟਮੈਂਟ, ਤੇ ਉਹ ਮਾਈ ਜਿਹੜੀ ਹੈ ਉਹ ਸਵੇਰੇ ਸਵੇਰੇ ਉੱਠ ਕੇ ਤੇ ਆਪਣਾ ਗੁਰੂ ਗ੍ਰੰਥ ਦਾ ਪਾਠ ਕਰਦੀ ਸੀ, ਤੇ ਮੈਨੂੰ ਵੀ ਬੜਾ ਸ਼ੌਕ ਸੀਗਾ। ਤੇ ਮੈਂ ਉਹਨੂੰ ਮਾਈ ਨੂੰ ਇੱਕ ਦਿਨ ਕਿਹਾ, ਮੈਂ ਕਿਹਾ ਇਹ ਜੇ ਤੁਸੀਂ ਪੜ੍ਹ ਰਹੇ ਹੋ ਇਹਨਾਂ ਦਾ ਮਤਲਬ ਤੁਹਾਨੂੰ ਆਉਂਦਾ ਤੇ ਮੈਨੂੰ ਵੀ ਸਮਝਾਓ। ਤੇ ਮੈਨੂੰ ਇਹ ਪਤਾ ਲੱਗਾ ਕਿ ਉਹਨੂੰ ਮਤਲਬ ਸ਼ਤਰ ਕੋਈ ਨਹੀਂ ਸੀ ਆਉਂਦਾ, ਉਹ ਇੰਨੀ ਪੜ੍ਹਦੀ ਜਾਂਦੀ ਸੀ ਜਿਵੇਂ ਸਾਡੇ ਘਰ ਦੀਆਂ ਬੁੱਢੀਆਂ ਕੁਰਾਨ ਪੜ੍ਹਦੀਆਂ। ਨਹੀਂ, ਉਹ ਬ੍ਰਾਹਮਣਵਾਦ ਦਾ ਤਾਂ ਇੱਕ ਉਹ ਅਸੂਲ ਵੀ ਹੈ ਨਾ ਇਹ, ਕਿ ਜੇ ਤੁਸੀਂ ਮੰਤਰ ਸਿਰਫ ਸੁਣ ਵੀ ਲਓ ਤੇ ਉਹਨਾਂ 'ਚ ਤਾਕਤ ਹੈਗੀ ਆ, ਤੇ ਇਸ ਕਰਕੇ ਤੁਹਾਨੂੰ ਸਮਝਣ ਦੀ ਲੋੜ ਨਹੀਂ ਆ। ਇਹੋ ਮੁਸਲਮਾਨਾਂ 'ਚ ਵੀ ਹੈ ਤਕਰੀਬਨ ਜੀ। ਅੱਛਾ ਜੀ, ਤਥੇ ਲੋ ਆਕਾਰ, ਉੱਥੇ ਕਈ ਤਰ੍ਹਾਂ ਦੇ ਜਿਹੜੀਆਂ ਉਹ ਕ੍ਰੀਏਸ਼ਨਸ ਹੁੰਦੀਆਂ ਨੇ, ਫਾਰਮਸ ਹੁੰਦੀਆਂ ਨੇ। ਹਾਂਜੀ, ਜਿਵੇਂ ਜੋ ਹੁਕਮ ਤਵੇ ਤਵਕਾਰ, ਜਿਵੇਂ ਹੁਕਮ ਦਾ ਮਤਲਬ ਹੈ ਕਿ ਜਿਵੇਂ ਉਹਨਾਂ ਦਾ ਵਜਿਆ ਅਸੂਲ ਕਮਾਂਡ ਕਰਦਾ ਹੈ, ਉਵੇਂ ਉਹ ਚੱਲਦੀਆਂ ਨੇ। ਵੇਖੇ ਵਿਗਸੇ ਕਰ ਵਿਚਾਰ,
ਨਾਨਕ ਕਥਨਾ ਕਰਿਆ ਸਾਰ। ਇੱਥੋਂ ਦੇਖੋ, ਦੇਖੇ ਵਿਕਸੇ ਕਰ ਵਿਚਾਰ, ਯਾਨੀ ਤੁਸੀਂ ਉਹਨੂੰ ਵੇਖੋ, ਉਹਨੂੰ ਵਿਕਸੇ ਦਾ ਮਤਲਬ ਮਾਣੋ, ਉਹਨੂੰ ਮਾਣੋ ਆਪਣੇ ਅੰਦਰ ਤੇ ਉਹਦੇ ਤੇ ਵਿਚਾਰ ਕਰੋ। ਨਾਨਕ ਕਥਨਾ ਕਰੜਾ ਸਾਰ, ਨਾਨਕ ਜਿਹੜਾ ਲਿਖਣਾ ਹੈ ਉਹਨੂੰ ਲਫ਼ਜ਼ਾਂ 'ਚ ਢਾਲਣਾ ਹੈ, ਉਹ ਬਹੁਤ ਔਖਾ ਕੰਮ ਹੈ। ਹਾਂ, ਬਹੁਤ ਕਰੜਾ ਕੰਮ ਹੈ, ਬਹੁਤ ਕਰੜਾ ਕੰਮ। ਹਾਂ। ਠੀਕ ਹੈ ਜੀ, ਹੋ ਗਿਆ ਇੱਥੇ ਤੇ ਨਹੀਂ ਕੋਈ ਹਾਂਜੀ ਗੱਲ। ਹਾਂਜੀ, ਹੋ ਗਿਆ। ਇਹ ਬਹੁਤ ਵਧੀਆ ਜੀ। ਜਿਤ ਇਹਦੇ ਪਹਾੜਾ, ਇੱਥੇ ਹੀ ਕਰਦੇ ਹਾਂ ਬਸ, ਅੱਜ ਸਰ ਹੋ ਗਈਆਂ 4 ਪੌੜੀਆਂ ਅੱਜ। ਚਲੋ ਇੱਥੇ ਹੀ ਕਰ ਦਿਓ ਫਿਰ, ਇੱਕ ਫਿਰ ਕਲਾਸ ਹੋਰ ਹੋਏਗੀ। ਹਾਂ ਹਾਂ, ਅਗਲੀ ਵਾਰ ਨਾਲੇ ਅਗਲੀ ਵਾਰੀ ਇੱਕ ਪੌੜੀ ਵੀ ਪੜ੍ਹ ਲਾਂਗੇ ਤੇ ਨਾਲੇ ਡੀਪਲੀ ਆਪਣੇ ਡਿਸਕਸ ਵੀ ਕਰ ਲਾਂਗੇ ਕੀ ਕੀ ਅਸੀਂ ਕੀਤਾ ਹੈ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਠੀਕ ਹੈ, ਬਹੁਤ ਓਕੇ ਵਧੀਆ ਜੀ। ਓਕੇ ਜੀ। ਅੱਛਾ Okay. ਜੀ, ਥੈਂਕ ਯੂ। ਰੱਬ ਰਾਖਾ ਰੱਬ ਜੀ, ਰਾਖਾ ਬਹੁਤ ਮਿਹਰਬਾਨੀ। ਡਾਕਟਰ ਸਾਹਿਬ। ਓਕੇ ਜੀ।